कबीर ऐसा बीज बोए, 12 मास फलंत, शीतल छाया, गहर फल, पंखी केल करंत। 12 महीने का मतलब पूरी जिंदगी, यानी जिंदगी का हर पहलू। बीज बोए का मतलब कोई बीज का रोपण करना, बीजना। 12 मास का मतलब 12 के 12 महीने, यानी पूरी दी जिंदगी। और फलंत का मतलब है जो फल देता है। कबीर जी कहते हैं कि अपने ਹਿਰਦੇ ਧਰਤੀ ਵਿੱਚ, ਆਪਣੇ ਜੀਵਨ ਦੇ ਵਿੱਚ, ਕਿ ਐਸਾ ਬੀਜ ਬੀਜੋ ਜੋ 12 ਮਹੀਨੇ ਫਲ ਦੇਵੇ। ਕੁਝ ਫਲ ਹੁੰਦੇ ਨੇ ਰੁੱਤੀ, ਕਿ ਉਹ ਰੁੱਤ ਦੇ ਅੰਦਰ ਫਲ ਦਿੰਦੇ ਹਨ, ਪਰ ਕਬੀਰ ਜੀ ਕਹਿੰਦੇ ਨੇ ਐਸਾ ਬੀਜ ਬੀਜੋ ਜਿਹੜਾ ਬੀਜ ਹਰ ਸਮੇਂ ਫਲ ਦਿੰਦਾ ਰਹੇ, 12 ਮਹੀਨੇ ਹਰ ਸਮੇਂ ਫਲ ਦੇਵੇ। ਹੁਣ ਇੱਥੇ 12 ਮਹੀਨੇ ਹਰ ਸਮੇਂ ਦਾ ਮਤਲਬ ਹੈ ਜ਼ਿੰਦਗੀ ਦੇ ਜਿਹੜੇ ਬਹੁਤ ਸਾਰੇ ਪੱਖ ਨੇ, ਪਹਿਲੂ ਨੇ, ਜਿਵੇਂ ਰਾਜਨੀਤਿਕ, ਧਾਰਮਿਕ, ਆਰਥਿਕ, ਸਮਾਜਿਕ, ਸਰੀਰਕ, ਮਾਨਸਿਕ, ਬੌਧਿਕ, ਆਤਮਕ, ਪਰਿਵਾਰਕ, ਵਿਵਹਾਰਕ ਤੌਰ ਤੇ ਜਿਹੜਾ ਸੁੱਖ ਦਾ ਫਲ ਦੇਵੇ, ਐਸਾ ਬੀਜ ਬੀਜੋ। ਹੁਣ ਐਸਾ ਜਿਹੜਾ ਬੀਜ ਹੈ, ਵਰਤ, ਨਰਾਤੇ, ਸਰਾਧ, ਜਪ ਤਪ ਸੰਜਮ, ਦਸਮ ਦੁਆਰ ਵਿੱਚ ਪ੍ਰਾਣ ਚੜਾਣੇ, ਸੰਸਾਰ ਦਾ ਤਿਆਗ ਕਰਨਾ, ਤੀਰਥ ਯਾਤਰਾਵਾਂ, ਇਹ ਤਾਂ ਹੈ ਨਹੀਂ, ਕਿਉਂਕਿ ਇਹ ਤਾਂ ਫਲ ਦਿੰਦੇ ਨਹੀਂ। ਜੇ ਇਹਨਾਂ ਰਾਹੀਂ ਸਮਾਜ ਸੋਹਣਾ ਬਣਦਾ, ਜੀਵਨ ਸੋਹਣਾ ਬਣਦਾ, ਆਤਮਿਕ ਵਿਕਾਸ ਹੁੰਦਾ, ਤਾਂ ਫਿਰ ਅੱਜ ਹਰ ਇਨਸਾਨ ਰੱਬ ਵਰਗਾ ਹੋਣਾ ਚਾਹੀਦਾ ਸੀ, ਕਿਉਂਕਿ ਐਸੇ ਕਰਮ ਕਾਂਡ ਹਰ ਧਰਮ ਦੇ ਅੰਦਰ ਹਰ ਇਨਸਾਨ ਕਰ ਰਿਹਾ ਹੈ। ਹੁਣ ਐਸਾ ਇੱਕ ਬੀਜ ਕਿਹੜਾ ਹੈ? ਉਹ ਬੀਜ ਹੈ ਸੱਚ ਦਾ ਬੀਜ, ਕਿ ਸਚਿਆਰਾ ਹੋਈ ਹੈ, ਕਿ ਮਨ, ਬਚਨ ਔਰ ਕਰਮ ਕਰਕੇ ਜਿਹੜਾ ਸਾਨੂੰ ਸੱਚਾ ਬਣਾਵੇ, ਸੱਚ ਦਾ ਬੀਜ। ਇਹ ਹਰ ਜੀਵਨ ਦੇ ਹਰ ਪੱਖ ਦੇ ਅੰਦਰ ਫਲ ਦੇਵੇਗਾ। ਜੇ ਰਾਜਨੀਤਿਕ ਇਨਸਾਨ ਸੱਚੇ ਹੋਣਗੇ ਨਾ, ਤਖਤ ਰਾਜਾ ਸੋ ਬਹਿ ਜੇ ਤਖਤੇ ਲਾਇਕ ਹੋਈ। ਜੇ ਰਾਜਨੀਤੀ ਦੀ ਦੁਨੀਆ ਵਿੱਚ ਸੱਚ ਦੇ ਧਾਰਨੀ, ਸਚਿਆਰ ਲੋਕ ਆ ਜਾਣਗੇ, ਤਾਂ ਫਿਰ ਰਿਸ਼ਵਤਖੋਰੀ, ਚੋਰ ਬਜ਼ਾਰੀ, 2 ਨੰਬਰ ਦੇ ਧੰਦੇ ਨਹੀਂ ਹੋਣਗੇ। ਜਿਵੇਂ ਅੱਜ ਕਿਸਾਨਾਂ ਨੂੰ ਅੰਦੋਲਨ ਕਰਨਾ ਪੈ ਰਿਹਾ, ਐਸਾ ਕੁਝ ਨਹੀਂ ਕਰਨਾ ਪਵੇਗਾ ਜੇਕਰ ਰਾਜਨੀਤਿਕ ਲੋਕ ਸਚਿਆਰ ਹੋਣਗੇ, ਸੱਚੇ ਹੋਣਗੇ, ਸੱਚ ਦਾ ਬੀਜ ਬੀਜਣ। ਸਮਾਜ ਜੋ ਸਾਡੀ ਸੋਸ਼ਲ ਲਾਈਫ ਹੈ, ਇਹਦੇ ਅੰਦਰ ਅਸੀਂ ਵੇਖਦੇ ਹਾਂ ਕਿੰਨੀ ਵੱਡੀ ਗੜਬੜ ਹੈ। ਜਾਤੀਵਾਦ ਅੱਜ ਵੀ ਇਸ ਪੜ੍ਹੇ ਲਿਖੇ ਯੁੱਗ ਦੇ ਅੰਦਰ ਵੀ ਅਸੀਂ ਵੇਖ ਸਕਦੇ ਹਾਂ ਕਿ ਲੋਕ ਜਾਤਾਂ ਕਰਕੇ ਇੱਕ ਦੂਜੇ ਦੇ ਨਾਲ ਨਫ਼ਰਤ ਕਰਦੇ ਵੇਖੇ ਜਾ ਸਕਦੇ ਨੇ। ਜੇ ਬੰਦਾ ਆਪਣੀ ਮੈਂਟੈਲਿਟੀ ਦੇ ਅੰਦਰ ਸੱਚ ਦਾ ਬੀਜ ਬੀਜ ਦੇਵੇ, ਤਾਂ ਸਮਾਜ ਦੇ ਅੰਦਰੋਂ ਜਾਤੀਵਾਦ ਖਤਮ ਹੋ ਜਾਏਗਾ ਤੇ ਇੱਕ ਭਾਈਚਾਰਕ ਸਾਂਝ ਪੈਦਾ ਹੋਏਗੀ। ਜਿੰਨੇ ਵੀ ਸਾਡੇ ਰਿਸ਼ਤੇ ਨਾਤੇ ਨੇ, ਨਾਨਕੇ, ਦਾਦਕੇ, ਸਹੁਰੇ, ਚਾਚੇ, ਤਾਏ, ਸੱਜਣ, ਮਿੱਤਰ, ਇਹਨਾਂ ਦੇ ਅੰਦਰ ਇੱਕ ਮਿਠਾਸ ਪੈਦਾ ਹੋ ਜਾਏਗੀ, ਕਿਉਂਕਿ ਬੇਸ ਸੱਚ ਬਣ ਜਾਏਗਾ। ਆਰਥਿਕ ਜੋ ਸਾਡਾ ਪੱਖ ਹੈ, ਜੀਵਨ ਦਾ, ਪੈਸਾ ਕਮਾਣਾ, ਪੈਸੇ ਦਾ ਬਜਟ ਬਣਾਉਣਾ, ਜੇਕਰ ਸੱਚ ਨੂੰ ਬੇਸ ਬਣਾ ਕੇ ਆਰਥਿਕ ਦੁਨੀਆ ਦੇ ਵਿੱਚ ਜੀਵਿਆ ਜਾਏਗਾ, ਤਾਂ ਫਿਰ 2 ਨੰਬਰ ਦੇ ਧੰਦੇ ਤੇ ਤਸਕਰੀ, ਰਿਸ਼ਵਤਖੋਰੀ, ਇਹ ਖਤਮ ਹੋ ਜਾਏਗੀ। ਧਾਰਮਿਕ ਦੁਨੀਆ ਵਿੱਚ ਜੇ ਸੱਚ ਨੂੰ ਬੇਸ ਬਣਾਇਆ ਜਾਏਗਾ, ਮਨ, ਬਚਨ ਔਰ ਕਰਮ ਕਰਕੇ, ਤਾਂ ਜਿੰਨੇ ਵੀ ਧਾਰਮਿਕ ਝਗੜੇ ਝਾਂਜੇ ਨੇ ਉਹ ਮੁੱਕ ਜਾਣਗੇ। ਏਕੋ ਧਰਮ ਦ੍ਰਿੜੈ ਸੱਚ ਕੋਈ, ਗੁਰਮਤ ਜੁਗ ਜੁਗ ਪੂਰਾ ਹੋਈ। ਇਹ ਚੀਜ਼ਾਂ ਅਸੀਂ ਪਹਿਲਾਂ ਵੀ ਵਿਚਾਰ ਚੁੱਕੇ ਹਾਂ। ਜੇ ਬੰਦਾ ਸੱਚ ਦਾ ਬੀਜ ਆਪਣੀ ਮੈਂਟੈਲਿਟੀ ਵਿੱਚ ਬੀਜੇਗਾ, ਤਾਂ ਉਹਦੀ ਮਾਨਸਿਕਤਾ ਸਰਬੱਤ ਦੇ ਭਲੇ ਵਾਲੀ ਹੋਏਗੀ। ਜੇ ਸੱਚ ਦਾ ਬੀਜ ਬੌਧਿਕ ਤੌਰ ਤੇ ਬੀਜੇਗਾ, ਤਾਂ ਉਹ ਬੰਦਾ ਬਿਲਕੁਲ ਸਹੀ ਫੈਸਲੇ ਲਵੇਗਾ, ਦੂਰਦ੍ਰਿਸ਼ਟਾ ਹੋਏਗਾ, ਨਵੀਆਂ ਤੋਂ ਨਵੀਆਂ ਉਹ ਖੋਜਾਂ ਕਰੇਗਾ, ਉਹ ਪ੍ਰਭੂ ਰੱਬੀ ਹੁਕਮ ਨੂੰ, ਕੁਦਰਤ ਦੇ ਨਿਯਮਾਂ ਨੂੰ ਸਮਝੇਗਾ। ਸਰੀਰਕ ਤੌਰ ਤੇ ਜੇ ਸੱਚ ਨੂੰ ਅਪਣਾਏਗਾ, ਤਾਂ ਸਰੀਰਕ ਤੌਰ ਤੇ ਇਹ ਮਾੜੇ ਕਰਮ ਨਹੀਂ ਕਰੇਗਾ। ਜੇ ਵਿਵਹਾਰਕ ਤੌਰ ਤੇ ਸੱਚ ਦਾ ਬੀਜ ਬੀਜਿਆ ਹੋਏਗਾ ਨਾ ਅੰਦਰ, ਤਾਂ ਸਾਡਾ ਜੋ ਪਰਸਪਰ ਮੇਲ ਮਿਲਾਪ ਹੈ ਉਹ ਬੜਾ ਮਿੱਠਾ ਔਰ ਪਿਆਰਾ, ਵਿਸ਼ਵਾਸ ਵਾਲਾ ਹੋਏਗਾ। ਜੇ ਪਰਿਵਾਰਕ ਤੌਰ ਤੇ ਲੋਕ ਸੱਚ ਦਾ ਬੀਜ ਬੀਜ ਲੈਣਗੇ, ਤਾਂ ਪਰਿਵਾਰ ਸੁਖੀ ਔਰ ਸ਼ਾਂਤ ਹੋ ਜਾਣਗੇ।
इसलिए एक सच ऐसा बीज है जो पूरी दुनिया ਨੂੰ ਸੁਖੀ ਔਰ ਸ਼ਾਂਤ ਕਰਦਾ ਹੈ। ਸੱਚ ਸਭਨਾ ਹੋਏ दारू, ਪਾਪ ਕੱਢੇ ਧੋਏ, ਨਾਨਕ ਵਖਾਣੇ ਬੇਨਤੀ ਜਿਨ ਸੱਚ ਪੱਲੇ ਹੋਏ। ਇਸ ਲਈ ਕਬੀਰ ਜੀ ਕਹਿੰਦੇ ਨੇ ਕਿ ਇਹ ਭਾਈ ਆਪਣੀ ਜ਼ਿੰਦਗੀ ਦੇ ਅੰਦਰ ਇਹ ਸੱਚ ਦਾ ਬੀਜ ਬੀਜੋ, ਜਿਹੜਾ 12 ਮਾਸ ਫਲ ਦਿੰਦਾ ਹੈ, ਜ਼ਿੰਦਗੀ ਦੇ ਹਰ ਪੱਖ ਨੂੰ ਸੁਹਾਵਣਾ, ਸੁੰਦਰ ਔਰ ਸੁਖੀ ਬਣਾ ਦਿੰਦਾ ਹੈ। ਇਸ ਲਈ ਜੇ ਆਪਣੇ ਪਰਿਵਾਰਕ ਜੀਵਨ ਨੂੰ, ਆਪਣੀ ਪਰਸਨਲ ਲਾਈਫ ਨੂੰ ਔਰ ਸੋਸ਼ਲ ਲਾਈਫ ਨੂੰ ਸੁਖੀ, ਸ਼ਾਂਤ ਔਰ ਖੇੜੇ ਵਾਲੀ ਬਣਾਉਣਾ ਚਾਹੁੰਦੇ ਹੋ ਤਾਂ ਕਬੀਰ ਜੀ ਕਹਿੰਦੇ ਨੇ ਸੱਚ ਦਾ ਬੀਜ ਬੀਜੋ, ਸੱਚ ਦੇ ਨਾਲ ਜੁੜੋ। ਜੋ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਦਾ ਗੋਲ ਵੀ ਹੈ ਜ਼ਿੰਦਗੀ ਵਾਸਤੇ, ਕਿਉਂ ਸਚਿਆਰਾ ਹੋਈ ਹੈ ਤੇ ਉਹਦੇ ਵਾਸਤੇ ਇੱਕੋ ਹੀ ਸਾਧਨ ਹੈ, ਹੁਕਮ ਰਜ਼ਾਈ ਚੱਲਣਾ। ਸ਼ੀਤਲ ਛਾਇਆ ਗਹਿਰ ਫਲ ਪੰਖੀ ਕੇਲ ਕਰਨ। शीतल छाया का मतलब ठंडी छां, शांति। गहर का मतलब है गंभीरता, अडोलता, वैराग। पंखी का मतलब पंछी, यानी जिहड़े ज्ञान इंद्रे ने साडे अख, कान, नक आदि। तां कबीर जी कहंदे हन जदों सच का बीज बीजोगे ते इस सच की छां जिहड़ी बड़ी ठंडी है, शीतलता देने वाली है, ਤੁਹਾਡੀ ਜ਼ਿੰਦਗੀ ਅੰਦਰ ਸ਼ਾਂਤੀ ਪੈਦਾ ਹੋ ਜਾਏਗੀ। ਗਹਿਰ ਫਲ, ਗਹਿਰ ਦਾ ਮਤਲਬ ਗੰਭੀਰਤਾ, ਤੁਸੀਂ ਗੁਣਾਂ ਦੇ ਗਹਿਰੇ ਸਾਗਰ ਬਣ ਜਾਓਗੇ। ਤੁਹਾਡੇ ਅੰਦਰ ਅਡੋਲਤਾ ਆ ਜਾਏਗੀ, ਫਿਰ ਕਿਸੇ ਲਾਲਚ ਅੱਗੇ, ਕਿਸੇ ਵਿਕਾਰ ਅੱਗੇ ਤੁਸੀਂ ਝੁਕੋਗੇ ਨਹੀਂ, ਫਿਰ ਮਨ ਇਧਰ ਉਧਰ ਭਟਕੇਗਾ ਨਹੀਂ। ਪੰਖੀ ਕੇਲ ਕਰਨ, ਕੇਲ ਦਾ ਮਤਲਬ ਹੁੰਦਾ ਹੈ ਆਨੰਦ ਮਾਣਨਾ। पंखी का मतलब ज्ञान इंद्रे, अखां, कान, नक। ये हुण अखां, कान, नक आदिक साडे जो ज्ञान इंद्रे ने, ये सच नूं छड्ड के इधर उधर भटकदे ने, जिस करके साडी जिंदगी विच दुख पैदा हुंदा है। अखां दे नाल असीं परतरे परतन रूप नूं गलत नज़रां नाल तकदे हां, ਕੰਨਾਂ ਨਾਲ ਅਸੀਂ ਨਿੰਦਾ, ਚੁਗਲੀ, ਨੈਗੇਟਿਵ ਵਿਚਾਰ ਸੁਣਦੇ ਹਾਂ, ਜ਼ਬਾਨ ਨਾਲ ਅਸੀਂ ਮਾੜੇ, ਖਰਵੇ, ਝੂਠੇ ਬੋਲ ਬੋਲਦੇ ਹਾਂ, ਹੱਥਾਂ ਦੇ ਨਾਲ ਅਸੀਂ ਪਾਪ, ਵਿਕਾਰ ਕਮਾਉਂਦੇ, ਬੇਗਾਨਾ ਹੱਕ ਖਾਂਦੇ ਹਾਂ, ਪੈਰਾਂ ਦੇ ਨਾਲ ਚੱਲ ਕੇ ਅਸੀਂ ਮਾੜੇ ਪਾਸੇ ਜਾਂਦੇ ਹਾਂ। ਤਾਂ ਕਬੀਰ ਜੀ ਕਹਿੰਦੇ ਨੇ ਫਿਰ ਐਸਾ ਨਹੀਂ ਹੋਏਗਾ ਜਦੋਂ ਸੱਚ ਦੇ ਨਾਲ ਜੁੜ ਜਾਓਗੇ ਨਾ, ਇਹ ਗਿਆਨ ਇੰਦਰੇ ਪਰੇਸ਼ਾਨ ਨਹੀਂ ਕਰਨਗੇ, ਇਧਰ ਉਧਰ ਭਟਕਣਗੇ ਨਹੀਂ, ਇਹ ਆਨੰਦ ਮਾਣਨਗੇ। ਇਹ ਗਿਆਨ ਇੰਦਰੇ ਤੁਹਾਡੀ ਖੁਸ਼ੀ ਦਾ ਕਾਰਨ ਬਣ ਜਾਣਗੇ। ਅੱਖਾਂ, ਹੱਥ, ਜ਼ਬਾਨ, ਪੈਰ ਆਦਿਕ ਇਹ ਸਾਰੇ ਤੁਹਾਨੂੰ ਖੁਸ਼ੀ ਦੇਣ ਵਾਲੇ ਬਣ ਜਾਣਗੇ। ਤਾਂ ਇਸ ਪਾਵਨ ਸ਼ਬਦ ਚੋਂ, ਸ਼ਲੋਕ ਚੋਂ ਸਾਨੂੰ ਜੀਵਨ ਵਾਸਤੇ ਇਹ ਸੇਧ ਮਿਲ ਰਹੀ ਹੈ ਕਿ ਅਸੀਂ ਆਪਣੇ ਜੀਵਨ ਦੇ ਅੰਦਰ ਸੱਚ ਦਾ ਬੀਜ ਬੀਜਣਾ ਹੈ, ਸਚਿਆਰ ਬਣਨਾ ਹੈ, ਮਨ, ਬਚਨ ਔਰ ਕਰਮ ਕਰਕੇ। ਇਹ ਸੱਚ ਇੱਕ ਐਸਾ ਬੀਜ ਹੈ, ਇਹ ਸੱਚ ਦਾ ਜਿਹੜਾ ਰੁੱਖ ਹੋਏਗਾ ਉਹ ਹਰ ਜੀਵਨ ਦੇ ਪੱਖ ਵਿੱਚ ਹਰ ਸਮੇਂ ਤੁਹਾਨੂੰ ਸ਼ਾਂਤੀ, ਸੁਖ ਆਦਿਕ ਦਾ ਫਲ ਦੇਵੇਗਾ। ਜਿਵੇਂ ਰੁੱਖ ਦੇ ਛਾਂ ਥੱਲੇ ਜਾਇਆ ਸ਼ਾਂਤੀ ਮਿਲਦੀ ਹੈ, ਐਸੇ ਤਰ੍ਹਾਂ ਸੱਚ ਦੀ ਛਾਂ ਜਦੋਂ ਅੰਦਰ ਹੋਏਗੀ ਨਾ ਤੇ ਜ਼ਿੰਦਗੀ ਵਿੱਚ ਸ਼ਾਂਤੀ ਆਏਗੀ। ਜਿੱਥੇ ਸੱਚ ਹੋਏਗਾ ਉੱਥੇ ਗਹਿਰ ਗੰਭੀਰ ਗੁਣਾਂ ਦਾ ਸਾਗਰ ਵੀ ਪੈਦਾ ਹੋ ਜਾਏਗਾ, ਅਡੋਲਤਾ ਵੀ ਪੈਦਾ ਹੋ ਜਾਏਗੀ, ਔਰ ਜਿਹੜੇ ਗਿਆਨ ਇੰਦਰੇ ਨੇ ਇਹ ਵੀ ਆਨੰਦ ਮਾਣਨਗੇ। ਦੇਖੋ, ਜੇ ਇਕੱਲੇ ਇਸ ਸ਼ਲੋਕ ਦੇ ਉੱਤੇ ਅਮਲ ਕਰ ਲਿਆ ਜਾਏ ਤਾਂ ਪੂਰਾ ਸਮਾਜ ਬਦਲ ਸਕਦਾ ਹੈ। ਇੱਥੇ ਹੁਣ ਕੋਈ ਤੁਹਾਨੂੰ ਇਹ ਨਹੀਂ ਕਿਹਾ ਜਾ ਰਿਹਾ ਵੀ ਸਵੇਰੇ ਉੱਠ ਕੇ ਸਮਾਧੀ ਲਾਓ, ਜਪ ਤਪ ਸੰਜਮ ਕਰੋ, ਤਿਆਗ ਕਰੋ, ਜੰਗਲਾਂ 'ਚ ਜਾਓ, ਭੋਰਿਆਂ 'ਚ ਵੜੋ, ਪਹਾੜਾਂ ਤੇ ਚੜੋ। ਸਿੰਪਲ, ਸਾਧਾਰਨ, ਸੌਖਾ ਜੀਵਨ ਦੱਸਿਆ ਜਾ ਰਿਹਾ ਹੈ। ਜ਼ਰੂਰਤ ਹੈ ਗੁਰੂ ਪਾਤਸ਼ਾਹ ਜੀ ਦੀ ਪਾਵਨ ਬਾਣੀ ਨੂੰ ਪੜ੍ਹ ਕੇ, ਸੁਣ ਕੇ, ਵਿਚਾਰ ਕੇ ਇੰਪਲੀਮੈਂਟ ਕਰਨ ਦੀ, ਗੁਰਬਾਣੀ ਵਰਗੇ ਬਣਨ ਦੀ। ਅਗਲਾ ਬਚਨ ਕਰਦੇ ਨੇ, ਕਬੀਰ ਦਾਤਾ ਤਰਵਰ ਦਇਆ ਫਲ ਉਪਕਾਰੀ ਜੀਵੰਤ ਪੰਖੀ ਚਲੇ ਦਿਸਾਵਰੀ ਬਿਰਖਾ ਸੁਫਲ ਫਲੰਤ। ਇਸ ਦਾ ਅਰਥ ਥੋੜੀ ਥੋੜੀ ਸ਼ਬਦਾਵਲੀ ਦੇ ਫਰਕ ਦੇ ਨਾਲ, ਅਲੱਗ-ਅਲੱਗ ਰੂਪ ਦੇ ਵਿੱਚ ਕੀਤਾ ਗਿਆ ਹੈ। ਇੱਥੇ ਦਾਤਾ ਕਿਸੇ ਨੇ, ਕਬੀਰ ਦਾਤਾ ਤਰਵਰ, ਦਇਆ ਫਲ, ਉਪਕਾਰੀ ਜੀਵੰਤ, ਪੰਖੀ ਚਲੇ ਦਿਸਾਵਰੀ, ਬਿਰਖਾ ਸੁਫਲ ਫਲੰਤ। ਇਸ ਦਾ ਅਰਥ ਥੋੜੀ ਥੋੜੀ ਸ਼ਬਦਾਵਲੀ ਦੇ ਫਰਕ ਦੇ ਨਾਲ, ਅਲੱਗ-ਅਲੱਗ ਰੂਪ ਦੇ ਵਿੱਚ ਕੀਤਾ ਗਿਆ ਹੈ। ਇੱਥੇ ਦਾਤਾ ਕਿਸੇ ਨੇ
ਆਮ ਭਲੇ ਪੁਰਸ਼ ਨੂੰ ਕਹਿ ਦਿੱਤਾ ਹੈ, ਕਿਸੇ ਨੇ ਦਾਤਾ ਰੱਬ ਨੂੰ ਕਹਿ ਦਿੱਤਾ ਹੈ, ਔਰ ਕਿਸੇ ਵਿਦਵਾਨ ਨੇ ਦਾਤਾ ਸ਼ਬਦ ਗੁਰੂ ਵਾਸਤੇ ਵਰਤਿਆ ਹੈ। ਤੇ ਅਸੀਂ ਇਹ ਸ਼ਬਦ ਜਿਹੜਾ ਹੈ ਗੁਰੂ ਵਾਸਤੇ ਵਰਤ ਸਕਦੇ ਹਾਂ, ਕਿਉਂਕਿ ਗੁਰਬਾਣੀ ਤੋਂ ਸਾਨੂੰ ਹੋਰ ਥਾਂ ਤੋਂ ਪ੍ਰਮਾਣ ਮਿਲਦੇ ਨੇ। ਨਾਨਕ ਗੁਰ ਸੰਤੋਖ ਰੁਖ, ਧਰਮ ਫੁੱਲ ਫਲ ਗਿਆਨ, ਰਸ ਰਸਿਆ ਹਰਿਆ ਸਦਾ, ਪੱਕੇ ਕਰਮ ਧਿਆਨ, ਪਤ ਕੇ ਸਾਧ ਖਾਂਦਾ ਲਹਿ, ਦਾਨਾ ਕੈ ਸਿਰਦਾਨ। ਤਾਂ ਕਬੀਰ ਦਾਤਾ ਤਰਵਰ, ਕਬੀਰ ਜੀ ਕਹਿ ਰਹੇ ਨੇ ਗੁਰੂ ਤਰਵਰ ਦਾ ਮਤਲਬ ਸੋਹਣਾ ਰੁੱਖ। ਜੋ ਗੁਰੂ ਹੈ ਨਾ, ਗਿਆਨ ਦੀ ਦਾਤ ਦੇਣ ਵਾਲਾ, ਉਹ ਇੱਕ ਬੜਾ ਸੁੰਦਰ ਰੁੱਖ ਹੈ ਮਾਨੋ। ਦਇਆ ਫਲ, ਤੇ ਉਸ ਗੁਰੂ ਰੂਪ ਰੁੱਖ ਦੇ ਨਾਲ ਫਲ ਕਾਹਦਾ ਲੱਗਾ ਹੋਇਆ ਹੈ? ਦਇਆ ਦਾ। ਯਾਨੀ ਗੁਰੂ ਦਇਆਲੂ ਹੈ, ਹਮੇਸ਼ਾ ਦਇਆ ਕਰਦਾ ਹੈ। ਜੋ ਵੀ ਗੁਰੂ ਦੇ ਚਰਨਾਂ ਦੀ ਸ਼ਰਨ ਵਿੱਚ ਆਉਂਦਾ ਹੈ, ਗੁਰੂ ਉਹਨੂੰ ਗਿਆਨ ਦੀ ਦਾਤ ਦੇ ਨਾਲ ਨਿਵਾਜਦਾ ਹੈ। ਕਿੰਨੇ ਸਾਰੇ ਪ੍ਰਮਾਣ ਅਸੀਂ ਦੇ ਸਕਦੇ ਹਾਂ ਗੁਰਬਾਣੀ ਦੇ ਵਿੱਚੋਂ। ਸਾਰੇ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਗੁਰੂ ਦੇ ਗਿਆਨ ਦੀ ਮਹਾਨਤਾ ਦਰਸਾਈ ਗਈ ਹੈ। ਜਾਮ ਗੁਰੂ ਹੋਏ ਵੱਲ ਤਨੈ ਕਿਆ ਗਾਰਵ ਦਿੱਜੈ, ਜਾਮ ਗੁਰੂ ਹੋਏ ਵੱਲ ਲੱਖ ਬਾਹੇ ਕਿਆ ਕੀਜੈ, ਜਾਮ ਗੁਰੂ ਹੋਏ ਵੱਲ ਗਿਆਨ ਅਰ ਧਿਆਨ ਅਨੰਦ ਪਰ, ਜਾਮ ਗੁਰੂ ਹੋਏ ਵੱਲ ਸ਼ਬਦ ਸਾਖੀ ਸੋ ਸੱਚੇ ਘਰ, ਜੋ ਗੁਰੂ ਗੁਰੂ ਅਹਨਿਸ ਜਪੈ, ਦਾਸ ਪਟ ਬੇਨਤ ਕਹੈ, ਜੋ ਗੁਰੂ ਨਾਮ ਰਿਦਮੈ ਤਰੈ, ਸੋ ਜਨਮ ਮਰਨ ਦੋਹੋਂ ਥੇ ਰਹਿ। ਯਾਨੀ ਗੁਰੂ ਪਰ ਉਪਕਾਰੀ ਹੈ, ਦਇਆ ਗਿਆਨ ਦੀ ਦਾਤ ਦਿੰਦਾ ਹੈ। ਉਪਕਾਰੀ ਜੀਵੰਤ, ਤੇ ਗੁਰੂ ਸਾਹਿਬ ਜੀ ਸਾਨੂੰ ਪਰ ਉਪਕਾਰੀ ਜੀਵਨ ਦਿੰਦੇ ਹਨ ਕਿ ਤੁਸੀਂ ਵੀ ਪਰ ਉਪਕਾਰ ਕਰਨਾ ਹੈ, ਪਰ ਉਪਕਾਰੀ ਜ਼ਿੰਦਗੀ ਜੀਣੀ ਹੈ। ਗੁਰੂ ਇੱਕ ਰੁੱਖ ਹੈ, ਗੁਰੂ ਰੂਪ ਰੁੱਖ ਦੇ ਨਾਲ ਦਇਆ ਦਾ ਫਲ ਲੱਗਾ ਹੈ, ਔਰ ਗੁਰੂ ਸਾਨੂੰ ਪਰ ਉਪਕਾਰੀ ਜੀਵਨ ਜੀਣ ਦੀ ਦਾਤ ਦਿੰਦਾ ਹੈ। ਪੰਖੀ ਚਲੇ ਦਿਸਾਵਰੀ, ਦਿਸਾਵਰੀ ਦਾ ਮਤਲਬ ਦੂਜੇ ਦੇਸ਼ਾਂ ਨੂੰ, ਦਿਸਾਵਰੀ ਦਾ ਮਤਲਬ ਦਿਸ਼ਾ ਅਵਰ, ਦਿਸ਼ਾ ਅਵਰ ਹੋਰ ਪਾਸੇ। ਦਿਸਾਵਰੀ ਦਾ ਸੰਧੀ ਵਿਛੇਦ ਬਣੇਗਾ ਦਿਸ਼ਾ ਪਲਸ ਅਵਰ, ਅਵਰ ਦਾ ਮਤਲਬ ਹੋਰ, ਦਿਸ਼ਾ ਦਾ ਮਤਲਬ ਪਾਸੇ, ਹੋਰ ਪਾਸੇ। ਪੰਖੀ ਚਲੇ ਦਿਸਾਵਰੀ, ਜਿਹੜੇ ਪੰਖੀ ਨੇ, ਜੀਵ ਨੇ, ਇਹ ਹੋਰ ਪਾਸੇ ਭਟਕਦੇ ਰਹਿੰਦੇ ਨੇ। ਗੁਰੂ ਗਿਆਨ ਨੂੰ ਛੱਡ ਕੇ, ਗੁਰੂ ਦੇ ਦਿੱਤੇ ਵੇ ਆਫ ਲਾਈਫ ਨੂੰ ਛੱਡ ਕੇ ਹੋਰ ਪਾਸੇ ਚੱਲੇ ਜਾਂਦੇ ਨੇ, ਭਟਕਦੇ ਨੇ। ਜਿਵੇਂ ਅਸੀਂ ਆਮ ਜੀਵਨ ਵੱਲ ਝਾਤ ਮਾਰੀਏ, ਆਪਣੇ ਸਮਾਜ ਵੱਲ, ਤਾਂ ਗੁਰਬਾਣੀ ਵਿੱਚ ਕਿੰਨਾ ਸੌਖਾ ਰਾਸਤਾ ਦੱਸਿਆ ਹੈ ਕਿ ਅਸੀਂ ਸੱਚਿਆਰ ਹੋਣਾ ਹੈ, ਤੇ ਸੱਚਿਆਰ ਹੋਣ ਵਾਸਤੇ ਹੁਕਮ ਰਜ਼ਾਈ ਚੱਲਣਾ ਇੱਕ ਨੇਮ ਹੈ। ਲੇਕਿਨ ਫਿਰ ਵੀ ਲੋਕ ਦਿਸਾਵਰੀ ਦਾ ਮਤਲਬ ਹੋਰ ਪਾਸਿਆਂ ਵੱਲ ਜਾਂਦੇ ਨੇ। ਕੋਈ ਜੋਤਸ਼ੀਆਂ ਕੋਲ ਹੱਥ ਵਿਖਾਣ ਲਈ ਬੈਠੇ, ਜਦੋਂ ਕਿ ਗੁਰੂ ਜੀ ਕਹਿ ਰਹੇ ਨੇ ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ, ਕਿ ਹੁਕਮ ਤੋਂ ਬਾਹਰ, ਸਿਸਟਮ ਤੋਂ ਬਾਹਰ ਕੋਈ ਕੁਝ ਨਹੀਂ ਕਰ ਸਕਦਾ। ਇੱਕ ਯੂਨੀਵਰਸਲ ਟਰੂਥ ਹੈ। ਪਰ ਇਸ ਗੱਲ ਨੂੰ ਛੱਡ ਕੇ ਲੋਕੀ ਜੋਤਸ਼ੀਆਂ ਕੋਲ ਕਿਸਮਤ ਅਜ਼ਮਾ ਰਹੇ ਨੇ। ਕੋਈ ਬਾਬਿਆਂ ਕੋਲੋਂ ਪੁੱਤਰ ਮੰਗਦਾ ਪਿਆ, ਕੋਈ ਕਹਿੰਦਾ ਆ ਸਾਡਾ ਪੁੱਤਰਾ ਜਿਹੜਾ ਸੇਬ ਨਾਲ ਹੋਇਆ ਸੀ, ਸਾਡੀ ਨੂੰਹ ਪੁੱਤਰ ਨੇ ਸੇਬ ਖਾਦਾ ਸੀ ਤਾਂ ਪੁੱਤਰਾ ਹੋਇਆ। ਮੈਂ ਕਿਹਾ ਫਿਰ ਤੇ ਸੇਬਾਂ ਦੇ ਰੁੱਖਾਂ ਤੋਂ ਅਨਾਣੇ ਡਿੱਗਣੇ ਚਾਹੀਦੇ ਨੇ ਥੱਲੇ, ਪਰ ਐਸਾ ਹੁੰਦਾ ਨਹੀਂ ਨਾ। ਕੋਈ ਵਰਤਾਂ ਵੱਲ, ਕੋਈ ਨਰਾਤਿਆਂ ਵੱਲ, ਕੋਈ ਸਰਾਧਾਂ ਵੱਲ, ਕੋਈ ਸਮਾਧੀਆਂ ਵੱਲ, ਕਿੱਧਰ ਲੋਕ ਭਟਕ ਰਹੇ ਨੇ। ਪੰਖੀ ਚਲੇ ਦਿਸਾਵਰੀ, ਬਹੁਤੇ ਜੋ ਬਹੁਤਾਤ ਗਿਣਤੀ ਹੈ ਉਹ ਹੋਰ ਪਾਸੇ ਭਟਕਦੇ ਨੇ। ਬਿਰਖਾ ਸੁਫਲ ਫਲੰਤ, ਪਰ ਜੋ ਗੁਰੂ ਹੈ, ਗਿਆਨ ਦਾ ਰੁੱਖ ਹੈ, ਉਹ ਬੜੇ ਸੋਹਣੇ ਫਲਾਂ ਦੇ ਨਾਲ ਫਲਿਆ ਹੋਇਆ ਹੈ। ਹਰ ਵਕਤ ਫਲਿਆ ਹੋਇਆ ਹੈ। ਲੋਕ ਉਹਨਾਂ ਸ਼ੁਭ ਗੁਣਾਂ ਦੇ ਫਲਾਂ ਨੂੰ ਛੱਡ ਕੇ ਹੋਰ ਪਾਸੇ ਭਟਕ ਰਹੇ ਨੇ। ਜੇ ਅਸੀਂ ਗੁਰੂ ਰੁੱਖ ਦੇ ਨਾਲ ਜੁੜੀਏ, ਸਾਨੂੰ ਗਿਆਨ ਮਿਲੇਗਾ, ਸਾਨੂੰ ਉੱਥੋਂ ਸ਼ੁਭ ਗੁਣ ਮਿਲਣਗੇ, ਕਿਉਂਕਿ ਗੁਰੂ ਹਰ ਵਕਤ ਸਾਨੂੰ ਗੁਣਾਂ ਦੀ ਦਾਤ ਦਿੰਦਾ ਹੈ। ਇੱਕ ਹੋਰ ਪਾਵਨ ਸ਼ਬਦ ਹੈ ਗੁਰਬਾਣੀ ਵਿੱਚ, ਨਾਨਕ ਗੁਰ ਸੰਤੋਖ ਰੁੱਖ, ਕਿ ਗੁਰੂ ਇੱਕ ਸੰਤੋਖ ਦਾ ਰੁੱਖ ਹੈ। ਉੱਥੇ ਸੰਤੋਖ ਕਹਿ ਰਹੇ ਨੇ। ਧਰਮ ਫੁੱਲ ਫਲ ਗਿਆਨ,
ਗੁਰੂ ਰੂਪ ਸੰਤੋਖ ਦੇ ਰੁੱਖ ਦੇ ਨਾਲ ਫਰਜ਼ਾਂ ਦਾ ਫਲ ਲੱਗਾ ਹੈ। ਗੁਰੂ ਸਾਨੂੰ ਫਰਜ਼ਾਂ ਦੀ ਪੂਰਤੀ ਦੀ ਸਿੱਖਿਆ ਦਿੰਦੇ ਨੇ। ਫਲ ਗਿਆਨ, ਗੁਰੂ ਦੇ ਰੁੱਖ ਸੰਤੋਖ ਰੁੱਖ ਦੇ ਨਾਲ ਗਿਆਨ ਦਾ ਫਲ ਉੱਥੋਂ ਮਿਲਦਾ ਹੈ। ਰਸ ਰਸਿਆ ਹਰਿਆ ਸਦਾ, ਗੁਰੂ ਰੂਪ ਰੁੱਖ ਹਮੇਸ਼ਾ ਹਰਾ ਭਰਾ ਹੈ, ਰਸ ਦੇ ਨਾਲ ਪਰਿਪੂਰਨ ਹੈ। ਪੱਕਾ ਕਰਮ ਧਿਆਨ, ਪਰ ਇਹ ਜਿਹੜਾ ਗਿਆਨ ਆਦਿਕ ਦਾ ਫਲ ਹੈ, ਪੱਕਦਾ ਤਾਂ ਹੈ ਜਦੋਂ ਅਸੀਂ ਪੂਰਨ ਤੌਰ ਤੇ ਗੁਰੂ ਦੇ ਨਾਲ ਧਿਆਨ ਜੋੜਦੇ ਹਾਂ। ਪਤ ਕੇ ਸਾਧ ਖਾਂਦਾ ਲਹੈ, ਪਤ ਦਾ ਮਤਲਬ ਇੱਜ਼ਤ, ਸਾਧ ਦਾ ਮਤਲਬ ਸਵਾਦ, ਖਾਂਦਾ ਦਾ ਮਤਲਬ ਖਾਣ ਵਾਲਾ। ਜਿਹੜਾ ਗੁਰੂ ਗਿਆਨ ਦੇ ਉੱਤੇ ਅਮਲ ਕਰਦਾ ਹੈ ਉਹ ਇੱਜ਼ਤ ਦਾ ਸਵਾਦ ਮਾਣਦਾ ਹੈ, ਉਹਨੂੰ ਇਸ ਦੁਨੀਆ ਵਿੱਚ ਮਾਣ ਆਦਰ ਸਤਿਕਾਰ ਮਿਲਦਾ ਹੈ। ਦਾਨਾ ਕੈ ਸਿਰਦਾਨ, ਤੇ ਇਹ ਦਾਨ ਜਿਹੜਾ ਹੈ ਗੁਰੂ ਦਾ ਸਭ ਤੋਂ ਵੱਡਾ ਦਾਨ ਹੈ। ਤਾਂ ਆਪਾਂ ਫਿਰ ਇਸ ਵਿਚਾਰ ਸ਼ਬਦ ਨਾਲ ਜੁੜ ਲਈਏ, ਦਾਤਾ ਤਰਵਰ ਦਇਆ ਫਲ ਉਪਕਾਰੀ ਜੀਵੰਤ। ਗੁਰੂ ਇੱਕ ਦਾਤਾਂ ਦੇਣ ਵਾਲਾ ਵਰਕਸ਼ ਹੈ। ਗੁਰੂ ਦੇ ਨਾਲ ਦਇਆ ਦਾ ਫਲ ਲੱਗਾ ਹੈ ਰੁੱਖ ਦੇ ਨਾਲ, ਭਾਵ ਗੁਰੂ ਦਇਆ ਕਰਦਾ ਹੈ। ਉਪਕਾਰੀ ਜੀਵੰਤ ਦਾ ਮਤਲਬ ਪਰ ਉਪਕਾਰੀ ਜੀਵਨ ਜੀਣ ਦੀ ਗੁਰੂ ਸਿੱਖਿਆ ਦਿੰਦਾ ਹੈ। ਪੰਖੀ ਚਲੇ ਦਿਸਾਵਰੀ, ਪਰ ਬਹੁ ਗਿਣਤੀ ਜੋ ਲੋਕ ਨੇ ਗੁਰੂ ਰੂਪ ਰੁੱਖ ਨੂੰ ਛੱਡ ਕੇ ਹੋਰ ਪਾਸੇ ਭਟਕਦੇ ਨੇ। ਬਿਰਖਾ ਸੁਫਲ ਫਲੰਤ, ਪਰ ਜੋ ਗੁਰੂ ਰੂਪ ਰੁੱਖ ਹੈ ਉਹ ਹਮੇਸ਼ਾ ਚੰਗੇ ਸ਼ੁਭ ਗੁਣਾ ਔਰ ਗਿਆਨ ਦੇ ਨਾਲ ਫਲਿਆ ਹੋਇਆ ਹੈ। ਹਰ ਵਕਤ ਹਰ ਸਮੇਂ ਗੁਰੂ ਪਾਸੋਂ ਸਾਨੂੰ ਇਹ ਦਾਤਾਂ ਮਿਲਦੀਆਂ ਨੇ। ਤਾਂ ਇਥੋਂ ਸਾਨੂੰ ਜੀਵਨ ਵਾਸਤੇ ਕੀ ਮਿਲ ਰਿਹਾ ਹੈ ਕਿ ਅਸੀਂ ਹੋਰ ਪਾਸਿਆਂ ਨੂੰ ਛੱਡ ਕੇ ਗੁਰੂ ਗਿਆਨ ਦੇ ਨਾਲ ਜੁੜਨਾ ਹੈ। ਗੁਰੂ ਗਿਆਨ ਦੇ ਨਾਲ ਜੁੜਿਆ ਸਾਡੇ ਅੰਦਰ ਵੀ ਦਇਆ ਭਾਵ ਪੈਦਾ ਹੋਏਗਾ। ਅਸੀਂ ਪਰਉਪਕਾਰੀ ਜ਼ਿੰਦਗੀ ਜੀਵਾਂਗੇ। ਸਾਡੇ ਜੀਵਨ ਦੇ ਅੰਦਰ ਖੁਸ਼ੀਆਂ ਖੇੜੇ ਆਨੰਦ ਪ੍ਰਸੰਨਤਾ ਆਉਣਗੀਆਂ, ਔਰ ਜੋ ਸਾਡੀ ਇਧਰ ਉਧਰ ਦੀ ਭਟਕਣਾ ਹੈ ਉਹ ਖਤਮ ਹੋ ਜਾਏਗੀ, ਸਾਨੂੰ ਟਿਕਾਵ ਮਿਲੇਗਾ। ਅਗਲਾ ਬਚਨ ਕਰਦੇ ਨੇ, ਕਬੀਰ ਸਾਧੂ ਸੰਗ ਪ੍ਰਾਪਤੀ, ਲਿਖਿਆ ਹੋਏ ਲਿਲਾਟ, ਮੁਕਤ ਪਦਾਰਥ ਪਾਈਐ, ਠਾਕ ਨਾ ਅਵਕਟ ਘਾਟ। ਸਾਧੂ ਸੰਗ, ਇੱਥੇ ਸਾਧੂ ਦਾ ਸੰਗ, ਗੁਰੂ ਦੀ ਸੰਗਤ। ਸਾਧੂ ਦਾ ਮਤਲਬ ਗੁਰੂ, ਕਿਉਂਕਿ ਇਹ ਸਾਧ ਜਾਂ ਸਾਧੂ ਸੰਤ ਸ਼ਬਦ ਦੀ ਅਸੀਂ ਖੁੱਲੇ ਵਿਚਾਰ ਕਈ ਵਾਰ ਕਰ ਚੁੱਕੇ ਹਾਂ। ਸਾਧ ਸ਼ਬਦ, ਸਾਧੂ ਸ਼ਬਦ, ਸੰਤ ਸ਼ਬਦ ਕਿਸੇ ਵਿਅਕਤੀ ਵਿਸ਼ੇਸ਼ ਵਾਸਤੇ ਨਹੀਂ ਹੈ, ਕਿਸੇ ਪਹਿਨਾਵੇ ਵਾਸਤੇ ਨਹੀਂ। ਇਹਦਾ ਮਤਲਬ ਗੁਰੂ। ਸਾਧੂ ਸੰਗਤ ਦਾ ਮਤਲਬ ਗੁਰੂ ਦੀ ਸੰਗਤ। ਪ੍ਰਾਪਤੀ ਦਾ ਮਤਲਬ ਪ੍ਰਾਪਤ ਹੋਣਾ। ਤਾਂ ਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਜੋ ਗੁਰੂ ਦੀ ਸੰਗਤ ਹੈ ਕਿਹਨਾਂ ਨੂੰ ਪ੍ਰਾਪਤ ਹੁੰਦੀ ਹੈ? ਲਿਖਿਆ ਹੋਏ ਲਿਲਾਟ। ਲਿਲਾਟ ਦਾ ਮਤਲਬ ਮੱਥਾ। ਲਿਖਿਆ ਹੋਏ ਦਾ ਮਤਲਬ ਮੱਥੇ ਤੇ ਲੇਖ ਲਿਖੇ ਹੋਣ। ਹੁਣ ਇਹ ਚੀਜ਼ ਵਿਚਾਰਨ ਵਾਲੀ ਹੈ। ਵੈਸੇ ਆਪਾਂ ਇਹਨਾਂ ਨੂੰ ਵਿਚਾਰ ਚੁੱਕੇ ਹਾਂ, ਤੁਹਾਨੂੰ ਸਾਰੀਆਂ ਸੰਗਤਾਂ ਨੂੰ ਹੁਣ ਤਾਂ ਸਪਸ਼ਟ ਨੇ ਸਾਰੇ ਕਲਾਸ ਵਾਲੇ ਵੀਰ ਭੈਣਾਂ। ਲਿਖਿਆ ਹੋਏ ਲਿਲਾਟ ਦਾ ਮਤਲਬ ਇਹ ਨਹੀਂ ਹੈ ਕਿ ਕਿਸੇ ਦੀ ਕਿਸਮਤ ਦੇ ਵਿੱਚ ਪਿੱਛੋਂ ਹੀ ਲਿਖਿਆ ਹੋਇਆ ਆਇਆ ਹੈ। ਰੱਬ ਨੇ ਲਿਖਿਆ ਹੈ ਕਿ ਇਹ ਬੰਦਾ ਗੁਰੂ ਨਾਲ ਮਿਲੇਗਾ, ਇਹ ਬੰਦਾ ਗੁਰੂ ਨਾਲ ਨਹੀਂ ਮਿਲੇਗਾ। ਜੇ ਤੇ ਐਵੇਂ ਲਿਖਿਆ ਹੋਇਆ ਹੈ, ਪ੍ਰੀ ਪਲੈਨਿੰਗ ਹੈ, ਫਿਰ ਤਾਂ ਇਹਦੇ ਵਿੱਚ ਸਾਡਾ ਕੋਈ ਦੋਸ਼ ਹੀ ਨਹੀਂ ਹੈ। ਕਿ ਜੇ ਅਸੀਂ ਗੁਰੂ ਦੇ ਦੱਸੇ ਰਾਹ ਤੇ ਨਹੀਂ ਤੁਰੇ ਤਾਂ ਇਹਦਾ ਮਤਲਬ ਰੱਬ ਦੀ ਗਲਤੀ ਹੈ ਕਿ ਉਹਨੇ ਸਾਡੇ ਮੱਥੇ ਤੇ ਲੇਖ ਨਹੀਂ ਲਿਖਿਆ। ਸਾਡੀ ਤਾਂ ਫਿਰ ਕੋਈ ਗਲਤੀ ਨਾ ਹੋਈ। ਪਰ ਗੱਲ ਇਹ ਨਹੀਂ ਹੈ। ਲਿਖਿਆ ਹੋਏ ਲਿਲਾਟ ਨੂੰ ਸਮਝਣਾ ਹੈ ਕਿ ਮੱਥੇ ਦੇ ਉੱਤੇ ਲੇਖ ਕਿਵੇਂ ਲਿਖੇ ਜਾਂਦੇ ਨੇ। ਜੋ ਅਸੀਂ ਸੋਚਦੇ ਹਾਂ, ਜੋ ਅਸੀਂ ਬੋਲਦੇ ਹਾਂ, ਉਹ ਸਾਡੇ ਅੰਦਰ ਸੰਸਕਾਰ ਪੈਦਾ ਹੁੰਦੇ ਨੇ। ਜਿਵੇਂ ਆਪਾਂ ਕੱਲ ਵੀ ਪਰਸੋਂ ਵੀ ਗੱਲ ਕੀਤੀ ਸੀ ਕਿ ਕੋਈ ਵੀ ਜੋ ਇਸ ਦੁਨੀਆ ਵਿੱਚ ਇਵੈਂਟ ਹੋ ਰਿਹਾ ਹੈ, ਘਟਨਾ ਘਟ ਰਹੀ ਹੈ, ਉਸ ਘਟਨਾ ਵਾਸਤੇ ਸਾਡੇ ਅੰਦਰ ਵਿਚਾਰ ਪੈਦਾ ਹੋਣਗੇ ਤੇ ਉਹ ਵਿਚਾਰ ਹਰ ਬੰਦੇ ਦੇ ਅੰਦਰ ਵੱਖਰੇ ਪੈਦਾ ਹੋਣਗੇ। ਕਿਸ ਐਂਗਲ ਤੋਂ ਤੁਸੀਂ ਦੇਖੋਗੇ, ਤੇ ਜਿਹੜੇ ਅੰਦਰ ਵਿਚਾਰ ਪੈਦਾ ਹੋਣਗੇ, ਜੋ ਤੁਹਾਡਾ ਬਿਲੀਫ ਸਿਸਟਮ ਹੈ, ਤੁਹਾਡਾ ਵਿਸ਼ਵਾਸ ਹੈ, ਉਹ ਫਿਰ ਤੁਹਾਡੇ ਅੰਦਰ ਪੱਕੇ ਤੌਰ ਤੇ ਲਿਖਿਆ ਜਾਏਗਾ। ਲਿਖਿਆ ਜਾਏਗਾ ਦਾ ਮਤਲਬ ਪੱਕਾ ਹੋ ਜਾਏਗਾ, ਤੁਹਾਡਾ ਸੁਭਾਅ ਬਣ ਜਾਏਗਾ। ਮੰਨ ਲਓ ਸਪੋਜ਼ ਕਿ ਤੁਸੀਂ ਮੇਰੇ ਵਾਸਤੇ ਕਿਸੇ ਨੇ ਕਹਿ ਦਿੱਤਾ ਕਿ ਮੋਹਰ ਸਿੰਘ ਬੰਦਾ ਠੀਕ ਨਹੀਂ ਹੈ। ਤੁਹਾਡੇ ਅੰਦਰ ਇਹ ਵਿਚਾਰ ਪੈਦਾ ਹੋ ਗਿਆ।
ਔਰ ਕਿਸੇ ਦੀ ਗੱਲ ਸੁਣ ਕੇ ਤੁਹਾਡੇ ਅੰਦਰ ਇਹ ਬਿਲੀਫ ਵੀ ਪੈਦਾ ਹੋ ਗਿਆ, ਵਿਸ਼ਵਾਸ ਵੀ, ਕਿ ਵਾਸਤਵ 'ਚ ਠੀਕ ਨਹੀਂ ਹੈ। ਹੁਣ ਚੀਜ਼ ਲਿਖੀ ਗਈ ਨਾ, ਤੁਹਾਡੇ ਅੰਦਰ ਮੇਰੀ ਇਮੇਜ ਬਣ ਗਈ ਕਿ ਮੋਹਰ ਸਿੰਘ ਠੀਕ ਨਹੀਂ ਹੈ। ਤਾਂ ਹੁਣ ਜਦੋਂ ਮੈਂ ਕਿਤੇ ਤੁਹਾਡੇ ਸਾਹਮਣੇ ਆਵਾਂਗਾ ਜਾਂ ਤੁਹਾਨੂੰ ਕਿਤੇ ਦਿਸਾਂਗਾ, ਤਾਂ ਮੇਰੇ ਨਾਲ ਕੈਸਾ ਬਿਹੇਵ ਕਰੋਗੇ? ਤੁਹਾਡੇ ਅੰਦਰੋਂ ਆਵਾਜ਼ ਆਏਗੀ ਕਿ ਮੋਹਰ ਸਿੰਘ ਬੰਦਾ ਠੀਕ ਨਹੀਂ ਹੈ, ਇਸ ਲਈ ਮੇਰੇ ਤੋਂ ਦੂਰ ਜਾਓਗੇ। ਮੈਂ ਤੁਹਾਨੂੰ ਫਤਿਹ ਬੁਲਾਉਣ ਦਾ ਯਤਨ ਵੀ ਕਰਾਂਗਾ, ਤਾਂ ਤੁਸੀਂ ਅਨਮਨੇ ਢੰਗ ਨਾਲ ਫਤਿਹ ਦਾ ਜਵਾਬ ਦਿਓਗੇ ਨਾ। ਹੁਣ ਇਹ ਬਿਲੀਫ ਸਿਸਟਮ ਤੁਹਾਡਾ ਸੀ, ਮੈਂ ਕੀ ਹਾਂ ਇਹਦੇ ਬਾਰੇ ਪਤਾ ਨਹੀਂ ਹੈ। ਲੇਕਿਨ ਫਿਰ ਜਦੋਂ ਤੁਸੀਂ ਮਾੜਾ ਵਿਹਾਰ ਕਰੋਗੇ ਤਾਂ ਮੈਂ ਵੀ ਸੋਚਾਂਗਾ ਯਾਰ ਮੇਰੇ ਤੋਂ ਕੱਟ ਰਹੇ ਨੇ, ਮੈਨੂੰ ਠੀਕ ਨਹੀਂ ਸਮਝਦੇ, ਮੈਂ ਵੀ ਦੂਰ ਜਾਵਾਂਗਾ। ਤਾਂ ਇਹ ਦੂਰੀ ਵਧੀ ਨਾ। ਇਹ ਕਿਉਂ ਵਧੀ? ਕਿਉਂਕਿ ਜੋ ਤੁਹਾਡਾ ਬਿਲੀਫ ਸਿਸਟਮ ਸੀ ਉਹਦੇ ਕਰਕੇ। ਦੂਜੇ ਬੰਦੇ ਨੇ ਇਹ ਸੋਚ ਲਿਆ ਕਿ ਮੋਹਰ ਸਿੰਘ ਬਹੁਤ ਵਧੀਆ ਬੰਦਾ ਹੈ, ਬਹੁਤ ਵਧੀਆ, ਤੇ ਇਹ ਸੁਣ ਕੇ ਤੁਹਾਡੇ ਅੰਦਰ ਇਹ ਵਿਸ਼ਵਾਸ ਬਣ ਗਿਆ ਕਿ ਮੋਹਰ ਸਿੰਘ ਬਹੁਤ ਵਧੀਆ ਬੰਦਾ ਹੈ। ਹੁਣ ਜਦੋਂ ਕਿਤੇ ਵਿਆਹ ਸ਼ਾਦੀ ਵਿੱਚ ਜਾਂ ਬਾਜ਼ਾਰ ਵਿੱਚ ਅਸੀਂ ਕਿਤੇ ਇਕੱਠੇ ਹੋਵਾਂਗੇ ਤੇ ਤੁਸੀਂ ਮੈਨੂੰ ਦੇਖੋਗੇ, ਤਾਂ ਕੁਦਰਤੀ ਹੈ ਕਿ ਤੁਸੀਂ ਆਪਣੇ ਕੰਮ ਛੱਡ ਕੇ ਵੀ ਮੈਨੂੰ ਫਤਿਹ ਬੁਲਾਉਣ ਲਈ ਆਓਗੇ, ਮਿਲਣਾ ਚਾਹੋਗੇ। ਕਿਉਂ? ਮੇਰੇ ਕਰਕੇ ਨਹੀਂ, ਤੁਹਾਡਾ ਬਿਲੀਫ ਸਿਸਟਮ, ਤੁਹਾਡਾ ਵਿਚਾਰ, ਜੋ ਤੁਸੀਂ ਮੇਰੀ ਇਮੇਜ ਆਪਣੇ ਅੰਦਰ ਬਣਾ ਲਈ, ਉਸ ਇਮੇਜ ਮੁਤਾਬਕ ਤੁਸੀਂ ਮੇਰੇ ਨਾਲ ਨੇੜਤਾ ਜਾਂ ਦੂਰੀ ਬਣਾਓਗੇ। ਇਹ ਗੱਲ ਸਮਝ ਆ ਗਈ ਜੀ? ਇਸੇ ਨੂੰ ਕਹਿੰਦੇ ਨੇ ਲਿਖਿਆ ਹੋਏ ਲਿਲਾਟ। ਇਸੇ ਨੂੰ ਕਹਿੰਦੇ ਨੇ ਜੋ ਮੰਗੇ ਠਾਕੁਰ ਆਪਣੇ ਤੇ ਸੋਈ ਸੋਈ ਦੇਵੇ। ਇਸੇ ਨੂੰ ਕਹਿੰਦੇ ਨੇ ਜਿਹਾ ਬੀਜੈ ਸੋ ਲੁਣੇ ਕਰਮਾ ਸੰਦੜਾ ਖੇਤ। ਇਸੇ ਨੂੰ ਅਸੀਂ ਕਹਿ ਸਕਦੇ ਹਾਂ ਜੈਸੀ ਇਨਪੁਟ ਵੈਸੀ ਆਊਟਪੁੱਟ। ਤਾਂ ਹੁਣ ਇਹ ਦੱਸੋ ਕਿ ਤੁਸੀਂ ਗੁਰੂ ਦੀ ਸੰਗਤ ਕਰਨੀ ਚਾਹੁੰਦੇ ਹੋ ਜਾਂ ਨਹੀਂ? ਗੁਰੂ ਦੀ ਸੰਗਤ ਦਾ ਮਤਲਬ ਗੁਰੂ ਦੇ ਦੱਸੇ ਰਾਹ ਤੇ ਤੁਰਨਾ, ਗੁਰੂ ਦੇ ਦਿੱਤੇ ਵੇ ਆਫ ਲਾਈਫ ਨੂੰ ਅਪਣਾਉਣਾ। ਤਾਂ ਉਹਦੇ ਵਾਸਤੇ ਸਾਨੂੰ ਲੇਖ ਲਿਖਣਾ ਪਵੇਗਾ, ਬਿਲੀਫ ਸਿਸਟਮ, ਕਿ ਗੁਰੂ ਮਹਾਨ ਹੈ, ਗੁਰੂ ਦੀ ਬਾਣੀ ਮਹਾਨ ਹੈ, ਗੁਰੂ ਦੀ ਬਾਣੀ ਯੂਨੀਵਰਸਲ ਟਰੁੱਥ ਹੈ, ਗੁਰਬਾਣੀ ਸਾਡਾ ਗੁਰੂ ਹੈ, ਗੁਰਬਾਣੀ ਅਨੁਸਾਰ ਅਸੀਂ ਜ਼ਿੰਦਗੀ ਜੀਣੀ ਹੈ। ਇਹ ਲੇਖ ਲਿਖਿਆ ਗਿਆ। ਜਿਨਨੇ ਇਹ ਲੇਖ ਲਿਖ ਲਿਆ ਉਹ ਫਿਰ ਗੁਰਬਾਣੀ ਮੁਤਾਬਕ ਚੱਲੇਗਾ। ਉਹ ਗੁਰਬਾਣੀ ਪੜ੍ਹੇਗਾ ਵੀ, ਸੁਣੇਗਾ ਵੀ, ਵਿਚਾਰੇਗਾ ਵੀ, ਗੁਰਬਾਣੀ ਮੁਤਾਬਕ ਚੱਲੇਗਾ ਵੀ। ਲੇਕਿਨ ਦੂਜੇ ਬੰਦੇ ਨੇ ਇਹ ਸੁਣਿਆ ਕਿ ਫਲਾਂ ਬਾਬਾ ਜਿਹੜਾ ਹੈ ਨਾ, ਉਹਨਾਂ ਦੇ ਡੇਰੇ ਤੋਂ ਬੜੀਆਂ ਦਾਤਾਂ ਮਿਲਦੀਆਂ ਨੇ। ਹੁਣ ਉਹਦਾ ਬਿਲੀਫ ਸਿਸਟਮ ਬਣ ਗਿਆ, ਉਹ ਗੁਰੂ ਤੋਂ ਦੂਰ ਚਲਾ ਜਾਏਗਾ, ਕਿਉਂਕਿ ਉਹਨੇ ਲੇਖ ਹੀ ਗੁਰੂ ਤੋਂ ਦੂਰ ਦਾਨ ਵਾਲਾ ਲਿਖ ਲਿਆ। ਉਹਨੇ ਆਪਣੇ ਅੰਦਰ ਵਿਸ਼ਵਾਸ ਬਣਾ ਲਿਆ ਕਿ ਮੇਰੀ ਕਿਸਮਤ ਜੋਤਸ਼ੀ ਠੀਕ ਕਰ ਸਕਦਾ ਹੈ, ਮੈਨੂੰ ਕਿਸੇ ਤੀਰਥ ਤੇ ਨਾਤਿਆਂ ਮੈਂ ਠੀਕ ਹੋ ਸਕਦਾ ਜਾਂ ਕੁਝ ਵੀ। ਇਸ ਲਈ ਇਸੇ ਨੂੰ ਕਹਿੰਦੇ ਨੇ ਲੇਖ। ਲੇਖ ਦਾ ਮਤਲਬ ਜੋ ਪੂਰਬਲੇ ਸਾਡੇ ਸੰਸਕਾਰ ਨੇ, ਜਿਨ੍ਹਾਂ ਦੇ ਮਸਤਕ ਤੇ ਉਹ ਮਿਲਾਪ ਵਾਲੇ ਲੇਖ ਲਿਖੇ ਨੇ, ਜਿਨ੍ਹਾਂ ਨੇ ਉਦਮ ਕੀਤਾ ਹੈ, ਉਹਨਾਂ ਨੂੰ ਗੁਰੂ ਦੀ ਸੰਗਤ ਪ੍ਰਾਪਤ ਹੁੰਦੀ ਹੈ। ਤੇ ਜਿਨ੍ਹਾਂ ਨੂੰ ਗੁਰੂ ਦੀ ਸੰਗਤ ਮਿਲ ਜਾਂਦੀ ਹੈ, ਗੁਰੂ ਦੇ ਦੱਸੇ ਜੋ ਰਾਹਾਂ ਤੇ ਤੁਰਦੇ ਨੇ, ਉਹਨਾਂ ਦੀ ਨਿਸ਼ਾਨੀ ਕੀ ਹੈ? ਉਹਨਾਂ ਨੂੰ ਮਿਲਦਾ ਕੀ ਹੈ? ਮੁਕਤ ਪਦਾਰਥ ਪਾਈਐ। ਉਹਨਾਂ ਨੂੰ ਮੁਕਤੀ ਦਾ ਪਦਾਰਥ ਮਿਲ ਜਾਂਦਾ ਹੈ ਐਸੇ ਜ਼ਿੰਦਗੀ ਵਿੱਚ, ਮਰਨ ਤੋਂ ਬਾਅਦ ਨਹੀਂ। ਮਰਨ ਤੋਂ ਬਾਅਦ ਵਾਲੀ ਮੁਕਤੀ ਨੂੰ ਤਾਂ ਗੁਰਬਾਣੀ ਨੇ ਰੱਦ ਕੀਤਾ ਹੈ। ਬੇਣੀ ਕਹੈ ਸੁਣੋ ਰੇ ਭਗਤੋ, ਮਰਨ ਮੁਕਤ ਕਿਨ ਪਾਈ। ਕਿ ਮਰਨ ਤੋਂ ਬਾਅਦ ਮੁਕਤੀ ਕਿੰਨੇ ਪਾਈ? ਹੈ ਕਿਸੇ ਨੇ ਨਹੀਂ। ਹੁਣ ਜਿਨਨੇ ਗੁਰੂ ਦੀ ਸੰਗਤ ਪ੍ਰਾਪਤ ਕਰ ਲਈ, ਯਾਨੀ ਜਿਸਨੇ ਗੁਰੂ ਦੇ ਦਿੱਤੇ ਵੇ ਆਫ ਲਾਈਫ ਨੂੰ ਅਪਣਾ ਲਿਆ, ਉਹਨੂੰ ਮੁਕਤੀ ਦਾ ਪਦਾਰਥ ਮਿਲ ਗਿਆ। ਉਹ ਮੁਕਤੀ ਦਾ ਪਦਾਰਥ ਪਾ ਲੈਂਦਾ ਹੈ। ਤੇ ਮੁਕਤੀ ਕਾਹਦੇ ਤੋਂ? ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਆਸਾ, ਤ੍ਰਿਸ਼ਨਾ, ਚੁਗਲੀ, ਨਿੰਦਾ, ਮੇਰ, ਤੇਰ, ਪਾਪ, ਵਿਕਾਰ, ਅਪਰਾਧ, ਕਰਮ ਕਾਂਡ, ਇਹਨਾਂ ਤੋਂ ਮੁਕਤੀ ਪਾ ਲੈਂਦਾ ਹੈ। ਠਾਕ ਨਾ ਅਵਕਟ ਘਾਟ। ਠਾਕ ਦਾ ਮਤਲਬ ਹੈਗਾ ਰੋਕ, ਸਪੀਡ ਬ੍ਰੇਕਰ। ਅਵਕਟ ਘਾਟ ਦਾ ਮਤਲਬ ਔਖਾ ਪਹਾੜੀ ਰਾਸਤਾ, ਜਿਸ ਰਾਸਤੇ ਤੇ ਤੁਰਨਾ ਬੜਾ ਔਖਾ ਹੈ। ਤਾਂ ਕਬੀਰ ਜੀ ਕਹਿੰਦੇ ਨੇ ਜੋ ਗੁਰੂ ਦੇ ਦੱਸੇ ਰਾਹਾਂ ਤੇ ਤੁਰਦੇ ਨੇ, ਉਹਨਾਂ ਨੂੰ ਮੁਕਤੀ ਦਾ ਪਦਾਰਥ ਮਿਲ ਜਾਂਦਾ ਹੈ। ਉਹ ਜੀਵਨ ਮੁਕਤ ਹੋ ਜਾਂਦੇ ਨੇ, ਵਿਕਾਰਾਂ ਤੋਂ ਉਹਨਾਂ ਦੀ ਖਲਾਸੀ ਹੋ ਜਾਂਦੀ ਹੈ, ਤੇ ਉਹਨਾਂ ਦੇ ਆਤਮਿਕ ਜੀਵਨ ਦੇ ਅੰਦਰ ਕੋਈ ਵੀ ਵਿਕਾਰ ਰੋਕ ਨਹੀਂ ਪਾ ਸਕਦਾ। ਠਾਕ ਨਾ ਅਵਕਟ ਘਾਟ, ਉਸ ਰਾਸਤੇ ਦੇ ਉੱਤੇ ਕੋਈ ਠਾਕ ਰੋਕ ਨਹੀਂ ਪਾ ਸਕਦਾ, ਔਖੇ ਰਾਸਤੇ ਤੇ। ਦੇਖੋ ਸਾਡੇ ਜੋ ਆਮ ਅਸੀਂ ਗ੍ਰਸਤੀ ਵੀਰ ਹਾਂ, ਭੈਣਾਂ ਹਾਂ, ਆਮ ਜੋ ਲੋਕ ਨੇ,
ਜਿਨ੍ਹਾਂ ਵਿੱਚ ਅਸੀਂ ਸ਼ਾਮਲ ਹਾਂ, ਤਾਂ ਈਰਖਾ ਦਵੇਸ਼ ਛੱਡਣੀ ਸਾਡੇ ਵਾਸਤੇ ਕਿੰਨੀ ਔਖੀ ਹੈ ਨਾ। ਸਤ ਸੰਤੋਖ ਪਿਆਰ ਮੁਹੱਬਤ ਵਾਲੀ ਜ਼ਿੰਦਗੀ ਜੀਣੀ ਔਖੀ ਲੱਗਦੀ ਹੈ ਨਾ। ਕਰਮ ਕਾਂਡ ਕਰਨੇ ਸਾਨੂੰ ਸੌਖੇ ਲੱਗਦੇ ਨੇ, ਸੱਚ ਦੇ ਰਾਹਾਂ ਤੇ ਤੁਰਨਾ ਔਖਾ ਲੱਗਦਾ ਹੈ, ਬੰਦਾ ਨਹੀਂ ਚੱਲ ਪਾਉਂਦਾ ਕਈ ਵਾਰ। ਪਰ ਕਬੀਰ ਜੀ ਕਹਿੰਦੇ ਨੇ ਜੋ ਗੁਰੂ ਦੇ ਦੱਸੇ ਵੇ ਆਫ ਲਾਈਫ ਨੂੰ ਅਪਣਾ ਲੈਂਦੇ ਨਾ, ਕੋਈ ਵਿਕਾਰ, ਕੋਈ ਰੋਕ ਉਹਨਾਂ ਦੇ ਆਤਮਿਕ ਜੀਵਨ ਦੇ ਵਿੱਚ ਰੋਕ ਨਹੀਂ ਅਟਕਾ ਸਕਦਾ। ਉਹ ਆਪਣੇ ਆਤਮਿਕ ਜੀਵਨ ਵਿੱਚ ਸਫਲ ਹੋ ਜਾਂਦੇ ਨੇ। ਕੋਈ ਲਾਭ ਲੋਭ ਉਹਨਾਂ ਨੂੰ ਨਹੀਂ ਅਟਕਾਉਂਦਾ, ਕੋਈ ਉਬਲਦੀ ਦੇਗ, ਕੋਈ ਆਰਾ, ਕੋਈ ਚਰਖੜੀ ਉਹਨਾਂ ਨੂੰ ਅਟਕਾ ਨਹੀਂ ਸਕਦੀ। ਉਹ ਆਪਣੇ ਜੀਵਨ ਦੇ ਅੰਦਰ ਸਫਲਤਾ ਹਾਸਲ ਕਰਦੇ ਨੇ, ਆਤਮਿਕ ਜੀਵਨ ਜੀਂਦੇ ਨੇ। ਇਸ ਲਈ ਸਾਨੂੰ ਇੱਥੋਂ ਜੋ ਦਾਤ ਮਿਲ ਰਹੀ ਹੈ, ਅਸੀਂ ਗੁਰੂ ਦੇ ਦਿੱਤੇ ਵੇ ਆਫ ਲਾਈਫ ਨੂੰ ਅਪਣਾਉਣਾ ਹੈ, ਆਪਣੇ ਅੰਦਰ ਚੰਗੇ ਸੰਸਕਾਰ ਪੈਦਾ ਕਰਨੇ ਨੇ, ਗੁਰਬਾਣੀ ਅਨੁਸਾਰ ਜੀਣ ਵਾਸਤੇ ਉਦਮ ਕਰਨਾ ਹੈ। ਜਦੋਂ ਅਸੀਂ ਐਸਾ ਕਰਾਂਗੇ, ਵਿਕਾਰਾਂ ਤੋਂ ਖੁਲਾਸੀ ਹੋ ਜਾਏਗੀ ਤੇ ਕੋਈ ਵੀ ਵੱਡੀ ਤੋਂ ਵੱਡੀ ਰੋਕ ਸਾਨੂੰ ਅਟਕਾ ਨਹੀਂ ਸਕੇਗੀ। ਸਫਲਤਾ ਨਿਸ਼ਚਿਤ ਤੌਰ ਤੇ ਹੋਵੇਗੀ। ਅਗਲਾ ਬਚਨ ਕਰਦੇ ਨੇ ਕਬੀਰ, ਏਕ ਘੜੀ ਆਧੀ ਘੜੀ, ਆਧੀ ਹੂੰ ਤੇ ਆਧ, ਭਗਤਨ ਸੇਤੀ ਗੋਸ਼ਟੇ, ਜੋ ਕੀਨੇ ਸੋ ਲਾਭ। ਕਬੀਰ ਏਕ ਘੜੀ, ਇੱਥੇ ਘੜੀ ਲਿਖਿਆ ਹੈ ਰਾੜੇ ਨਾਲ ਬਿਹਾਰੀ, ਆਧੀ ਘੜੀ ਅੱਗੇ ਰਾਰੇ ਨਾਲੇ ਘੜੀ, ਇੱਥੇ ਵੀ ਘੜੀ ਦਾ ਮਤਲਬ ਘੜੀ ਹੀ ਹੈ। ਏਕ ਘੜੀ ਦਾ ਮਤਲਬ ਇੱਕ ਘੜੀ, ਆਧੀ ਘੜੀ ਦਾ ਮਤਲਬ ਅੱਧੀ ਘੜੀ, ਆਧੀ ਹੁਣ ਤੇ ਆਧ ਦਾ ਮਤਲਬ ਅੱਧੀ ਤੋਂ ਵੀ ਅੱਧੀ, ਯਾਨੀ ਘੜੀ ਦਾ ਚੌਥਾ ਹਿੱਸਾ। ਘੜੀ ਦਾ ਚੌਥਾ ਹਿੱਸਾ। ਭਗਤਨ, ਭਗਤਨ ਦਾ ਮਤਲਬ ਜੋ ਰੱਬ ਦੇ ਪਿਆਰੇ ਨੇ, ਸੇਤੀ ਦਾ ਮਤਲਬ ਨਾਲ, ਗੋਸ਼ਟ ਦਾ ਮਤਲਬ ਮਿਲਾਪ, ਸੰਗਤ, ਜੋ ਕੀਨੇ ਸੁਲਾਭ, ਜੋ ਵੀ ਬੰਦਾ ਕਰਦਾ ਹੈ ਉਹ ਲਾਭ ਮਿਲਦਾ ਹੈ। ਤਾਂ ਭਗਤ ਕਬੀਰ ਜੀ ਕਹਿ ਰਹੇ ਹਨ ਕਿ ਦੁਨੀਆ ਦੇ ਵਾਦ ਵਿਵਾਦਾਂ ਤੋਂ ਖੁਲਾਸੀ ਪਾ ਕੇ ਗੁਰੂ ਦੀ ਸੰਗਤ ਜਿਨ੍ਹਾਂ ਨੂੰ ਮਿਲਦੀ ਹੈ, ਚਾਹੇ ਇੱਕ ਘੜੀ, ਅੱਧੀ ਘੜੀ ਜਾਂ ਘੜੀ ਦਾ ਚੌਥਾ ਹਿੱਸਾ, ਥੋੜਾ ਜਿਹਾ ਸਮਾਂ ਵੀ, ਜਿੰਨਾ ਵੀ ਸਮਾਂ ਮਿਲਦਾ ਹੈ। ਭਗਤਨ ਸੇਤੀ ਗੋਸ਼ਟੇ, ਭਗਤਨ ਦਾ ਮਤਲਬ ਰੱਬ ਦੇ ਭਗਤ, ਤੇ ਭਗਤ ਦਾ ਮਤਲਬ ਇਹ ਨਹੀਂ ਜੋ ਮਾਲਾ ਫੇਰਨ ਵਾਲੇ ਨੇ ਜਾਂ ਸੰਸਾਰ ਦੇ ਤਿਆਗੀ ਨੇ। ਭਗਤ ਕੌਣ ਨੇ? ਜੋ ਰੱਬੀ ਗੁਣਾਂ ਦੇ ਧਾਰਨੀ ਨੇ। ਸਭ ਗੁਣ ਤੇਰੇ ਮੈਂ ਨਾਹੀ ਕੋਏ, ਵਿਣ ਗੁਣ ਕੀਤੇ ਭਗਤ ਨਾ ਹੋਏ। ਜੋ ਰੱਬੀ ਰਜਾ ਵਿੱਚ ਤੁਰਨ ਵਾਲੇ ਲੋਕ ਨੇ, ਰੱਬੀ ਗੁਣਾਂ ਦੇ ਨਾਲ ਪਿਆਰ ਕਰਨ ਵਾਲੇ ਲੋਕ ਨੇ, ਉਹਨਾਂ ਦੇ ਨਾਲ ਸੰਗਤ ਜਿਹੜੀ ਕਰਨੀ ਹੈ, ਜੋ ਕੀਨੇ ਸੋ ਲਾਭ, ਜਿੰਨਾ ਵੀ ਉਹਨਾਂ ਨਾਲ ਸੰਗਤ ਕਰੋਗੇ ਉਹਦਾ ਲਾਭ ਮਿਲੇਗਾ। ਚੰਗੇ ਇਨਸਾਨਾਂ ਦੀ ਸੰਗਤ ਕਰਨੀ, ਰੱਬੀ ਰਜਾ ਦੇ ਵਿੱਚ ਤੁਰਨ ਵਾਲੇ ਇਨਸਾਨਾਂ ਦੀ ਸੰਗਤ ਕਰਨੀ, ਥੋੜਾ ਚਿਰ ਵੀ, ਥੋੜੇ ਤੋਂ ਥੋੜਾ ਸਮਾਂ ਵੀ ਗੁਜ਼ਾਰੋਗੇ ਉਹਦਾ ਤੁਹਾਨੂੰ ਲਾਭ ਮਿਲੇਗਾ। ਥੋੜਾ ਜਿਹਾ ਸਮਾਂ ਵੀ ਗੁਜ਼ਾਰਿਆ ਹੋਇਆ ਤੁਹਾਡੀ ਜ਼ਿੰਦਗੀ ਬਦਲ ਦੇਵੇਗਾ। ਹੋ ਸਕਦਾ ਹੈ ਗੁਰਬਾਣੀ ਦਾ ਅਸੀਂ ਇੱਕ ਹੀ ਸ਼ਬਦ ਪੜ੍ਹੀਏ ਤੇ ਉਹ ਇੱਕ ਸ਼ਬਦ ਹੀ ਸਾਡੀ ਪੂਰੀ ਜ਼ਿੰਦਗੀ ਨੂੰ ਤਬਦੀਲ ਕਰ ਦੇਵੇ। ਹੋ ਸਕਦਾ ਹੈ ਅਸੀਂ ਗੁਰਦੁਆਰਾ ਸਾਹਿਬ ਜਾਈਏ, ਉੱਥੇ ਕੋਈ ਗੁਰਬਾਣੀ ਦਾ ਸ਼ਬਦ ਪਾਠ ਜਾਂ ਕੀਰਤਨ ਕਥਾ ਸਰਵਣ ਕਰੀਏ, ਸਾਨੂੰ ਸਮਝ ਪਵੇ ਤੇ ਅਸੀਂ ਆਪਣਾ ਗੁਰਬਾਣੀ ਨੂੰ ਮੰਨਣਾ ਸ਼ੁਰੂ ਕਰ ਦੇਈਏ, ਸਾਡੀ ਜ਼ਿੰਦਗੀ ਬਦਲ ਜਾਏਗੀ। ਚੰਗੇ ਇਨਸਾਨਾਂ ਦੀ ਸੰਗਤ ਦਾ ਲਾਭ ਹੁੰਦਾ ਹੈ ਤੇ ਬੁਰੇ ਲੋਕਾਂ ਦੀ ਸੰਗਤ ਦਾ ਨੁਕਸਾਨ ਵੀ ਹੁੰਦਾ ਹੈ। ਹੋ ਸਕਦਾ ਹੈ ਕਿਤੇ ਨਸ਼ਈਆਂ ਦੀ ਸੰਗਤ ਵਿੱਚ ਬੈਠੇ ਹੋ ਤੇ ਉਹ ਤੁਹਾਨੂੰ ਕਹਿਣਾ ਵੀ ਸਵਾਦ ਤੇ ਚੱਖ ਲਓ, ਅਗਲਾ ਕਵੇ ਨਹੀਂ ਉਹ ਵੇਖ ਤੇ ਸਹੀ ਯਾਰ, ਇਹ ਘੁੱਟ ਲਾ ਕੇ ਤੇ ਵੇਖ। ਹੋ ਸਕਦਾ ਹੈ ਉਹ ਘੁੱਟ ਲਵਾ ਦੇਣ ਤੇ ਘੁੱਟ ਤੋਂ 2 ਤੇ 2 ਤੋਂ 4 ਤੇ ਪੈਗ ਤੇ 2 ਪੈਗ ਤੇ ਆਖਿਰ ਬੰਦਾ ਹੀ ਨਸ਼ਈ ਹੋ ਜਾਏ। ਐਸਾ ਹੋ ਸਕਦਾ ਹੈ, ਪੋਸੀਬਿਲਿਟੀ ਹੈ। ਇਸ ਲਈ ਭਗਤ ਕਬੀਰ ਜੀ ਕਹਿੰਦੇ ਨੇ ਭਾਈ, ਜੋ ਚੰਗੇ ਇਨਸਾਨਾਂ ਦੀ ਸੰਗਤ ਹੈ, ਜਿੰਨੀ ਵੀ ਸੰਗਤ ਕਰੋਗੇ ਥੋੜੇ ਤੋਂ ਥੋੜੇ ਸਮੇਂ ਦਾ ਵੀ ਤੁਹਾਨੂੰ ਲਾਭ ਹੋਏਗਾ, ਨੁਕਸਾਨ ਨਹੀਂ ਹੋਏਗਾ। ਇਸ ਲਈ ਇਥੋਂ ਸਾਨੂੰ ਜੀਵਨ ਵਾਸਤੇ ਕੀ ਮਿਲ ਰਿਹਾ ਹੈ ਕਿ ਅਸੀਂ ਥੋੜੇ ਤੋਂ ਥੋੜਾ ਸਮਾਂ ਵੀ ਕੱਢ ਕੇ, ਜਿੰਨਾ ਵੀ ਨਿਕਲਦਾ ਹੈ, ਗੁਰੂ ਜੀ ਦੀ ਪਾਵਨ ਬਾਣੀ ਆਪ ਪੜ੍ਹੀਏ, ਅਰਥ ਭਾਵਾਂ ਨੂੰ ਆਪ ਵਿਚਾਰੀਏ ਔਰ ਗੁਰਬਾਣੀ ਨੂੰ ਅਮਲ ਵਿੱਚ ਲਿਆਈਏ, ਗੁਰਬਾਣੀ ਦੇ ਦਿੱਤੇ ਵੇ ਆਫ ਲਾਈਫ ਨੂੰ ਅਪਣਾਈਏ। ਤਾਂ ਜੇ ਅਸੀਂ ਥੋੜਾ ਥੋੜਾ ਵੀ ਯਤਨ ਕਰਾਂਗੇ ਤਾਂ ਸਾਡੀ ਜ਼ਿੰਦਗੀ ਬਦਲ ਜਾਏਗੀ। ਅਗਲਾ ਬਚਨ ਕਰਦੇ ਨੇ ਕਬੀਰ, ਭਾਂਗ ਮਾਛੁਲੀ ਸੁਰਾ ਪਾਨ,
जो जो प्राणी खाहे तीरथ बरत नेम किए ते सभै रसातल जाहे। ਭੰਗ ਦਾ ਮਤਲਬ ਭੰਗ, ਮਾਛਲੀ ਦਾ ਮਤਲਬ ਮੱਛੀ, ਸੁਰਾ ਦਾ ਮਤਲਬ ਹੈ ਸ਼ਰਾਬ, ਤੇ ਪਾਨ ਦਾ ਮਤਲਬ ਹੈ ਪੀਣਾ। ਜੇ ਪਾਨ ਦੇ ਨੰਨੇ ਨਾਲ ਸਿਆਰੀ ਨਾ ਹੋਏ ਤਾਂ ਉਹਦਾ ਅਰਥ ਬਣ ਜਾਏਗਾ ਪਾਨ ਦਾ ਮਤਲਬ ਪੀਣਾ। ਪਰ ਜਦੋਂ ਪਾਨ ਦੇ ਨੰਨੇ ਨਾਲ ਸਿਹਾਰੀ ਬਣ ਲੱਗ ਜਾਏਗੀ ਪਾਨ, ਇਹਦਾ ਅਰਥ ਬਣ ਜਾਏਗਾ ਪੀਣ ਵਾਲਾ, ਮੀਨਿੰਗ ਬਦਲ ਜਾਏਗਾ ਪੀਣ ਵਾਲਾ। ਜਿਵੇਂ ਸ਼ਬਦ ਦੇ ਧੱਦਾ ਨੰਨਾ ਧਨ, ਧਨ ਦਾ ਮਤਲਬ ਪੈਸਾ, ਤੇ ਧਨ ਦੇ ਨੰਨੇ ਨਾਲ ਸਿਹਾਰੀ ਲੱਗ ਜਾਏ ਤੇ ਉਹਦਾ ਮਤਲਬ ਬਣ ਜਾਂਦਾ ਧਨ ਵਾਲਾ, ਧਨਵਾਨ। ਗੁਣ, ਗੱਗਾ ਨਾਣਾ, ਗੁਣ ਗੱਗੇ ਥਲੇ ਔਂਕੜ ਗੁਣ, ਗੁਣ ਦਾ ਮਤਲਬ ਗੁਣ। ਤੇ ਜੇ ਗੁਣ ਦੇ ਨਾਲ ਸਿਹਾਰੀ ਲੱਗ ਜਾਏ ਤਾਂ ਇਹਦਾ ਮਤਲਬ ਬਣ ਜਾਏਗਾ ਗੁਣ ਵਾਲਾ। ਇਸੇ ਤਰ੍ਹਾਂ ਪਾਨ ਦਾ ਮਤਲਬ ਪੀਣ ਵਾਲਾ, ਸੁਰਾ ਦਾ ਮਤਲਬ ਸ਼ਰਾਬ, ਪਾਨ ਦਾ ਮਤਲਬ ਪੀਣ ਵਾਲਾ। ਤਾਂ ਕਬੀਰ ਜੀ ਕਹਿੰਦੇ ਨੇ ਕਿ ਭਗਤਨ ਸੇਤੀ ਗੋਸ਼ਟੇ ਜੋ ਕੀਨੇ ਸੁਲਾਭ, ਇਹਨਾਂ ਚੀਜ਼ਾਂ ਨੂੰ ਛੱਡ ਦਿੱਤਾ। ਪੰਖੀ ਚਲੇ ਦਿਸਾਵਰੀ ਬਿਰਖਾ ਸੁਫਲ ਫਲੰਤ, ਕਿ ਗੁਰੂ ਇੱਕ ਰੁੱਖ ਬਿਲਕੁਲ ਸ਼ੁਭ ਗੁਣਾਂ ਦੇ ਗਿਆਨ ਦਾ ਫਲਿਆ ਹੋਇਆ, ਲੇਕਿਨ ਪੰਖੀ ਜਿਹੜੇ ਨੇ ਹੋਰ ਦਿਸ਼ਾਵਾਂ ਵਾਲੇ ਪਾਸੇ ਤਿਆਗ ਕੇ ਜਾ ਰਹੇ ਨੇ। ਇਸੇ ਤਰ੍ਹਾਂ ਕਬੀਰ ਜੀ ਕਹਿੰਦੇ ਨੇ ਗੁਰੂ ਦਾ ਸੰਗ ਤਿਆਗ ਕੇ, ਚੰਗੇ ਇਨਸਾਨਾਂ ਦੀ ਸੰਗਤ ਛੱਡ ਕੇ, ਭਗਤਨ ਸੇਤੀ ਗੋਸ਼ਟੀ ਆਦਿਕ ਜਿਹੜਾ ਹੈ, ਵਰਤਨੇਮ ਆਦਿਕ ਵੀ ਕੁਝ ਲੋਕ ਕਰਦੇ ਨੇ। ਤੇ ਸ਼ਰਾਬੀ ਲੋਕ ਜੋ ਨਸ਼ਈ ਨੇ, ਸਾਰਿਆਂ ਦੀ ਨਸ਼ਈ ਜੋ ਲੋਕ ਨੇ, ਭੰਗ ਮੱਛੀ ਵੀ ਖਾਂਦੇ ਨੇ ਔਰ ਨਾਲ ਤੀਰਥ ਵਰਤ ਵੀ ਕਰਦੇ ਨੇ, ਤੀਰਥਾਂ ਤੇ ਵੀ ਜਾ ਆਏ, ਵਰਤ ਵੀ ਰੱਖ ਲਿਆ ਔਰ ਨੇਮ ਵੀ ਨਿਭਾ ਲਿਆ। ਨੇਮ, ਹੁਣ ਨੇਮ ਦਾ ਮਤਲਬ ਹੈ ਟੁਕੜਾ, ਕਰ ਕੋਠੜੀ ਬਾਂਦੀ। ਨੇਮ ਦਾ ਮਤਲਬ ਨਿਯਮ ਹੀ ਹੈ। ਨੇਮ ਦਾ ਮਤਲਬ ਨਿਯਮ, ਤਾਂ ਨਿਯਮ ਕਈਆਂ ਲੋਕਾਂ ਨੇ ਬਣਾਏ ਹੁੰਦੇ ਨੇ। ਤਾਂ ਇਸ ਲਈ ਇੱਥੇ ਕਹਿ ਰਹੇ ਨੇ ਤੀਰਥ, ਤੀਰਥ ਯਾਤਰਾਵਾਂ। ਵਰਤ ਦਾ ਮਤਲਬ ਵਰਤ ਆਦਿਕ, ਤੇ ਨੇਮ ਦਾ ਮਤਲਬ ਬਹੁਤ ਸਾਰੇ ਆਪਣੇ ਨੇਮ ਬਣਾ ਲੈਣੇ ਕਿ ਮੇਰਾ ਇਹ ਨੇਮ ਹੈ। ਇਹ ਸਾਰੇ ਲੋਕ ਕਰਦੇ ਨੇ, ਵਰਤ ਨਰਾਤੇ ਸਰਾਧਾਂ ਵਾਲੇ ਨੇਮ ਨਿਭਾ ਰਹੇ ਨੇ, ਕਰਮ ਕਾਂਡ ਨਿਭਾ ਰਹੇ ਨੇ। ਤੇ ਸਭੈ ਰਸਾਤਲ ਜਾਹੇ, ਰਸਾਤਲ ਦਾ ਮਤਲਬ ਹੈ ਨਰਕ ਵਿੱਚ, ਤੇ ਨਰਕ ਦਾ ਮਤਲਬ ਦੁੱਖ ਵਿਕਾਰ। ਨਰਕ ਦਾ ਮਤਲਬ ਇਹ ਨਹੀਂ ਕਿ ਮਰਨ ਤੋਂ ਬਾਅਦ ਕੋਈ ਨਰਕ ਹੈ, ਐਸੇ ਜ਼ਿੰਦਗੀ ਵਿੱਚ ਜਾਹੇ ਦਾ ਮਤਲਬ ਜਾਂਦੇ ਨੇ। ਨਰਕ ਦਾ ਮਤਲਬ ਵਿਕਾਰਾਂ ਦੇ ਵਿੱਚ, ਦੁੱਖਾਂ ਦੇ ਵਿੱਚ ਉਹ ਪੈ ਜਾਂਦੇ ਨੇ। ਹੁਣ ਇਸ ਚੀਜ਼ ਨੂੰ ਧਿਆਨ ਦੇ ਨਾਲ ਸਮਝਣਾ ਹੈ ਕਿ ਜੋ ਵੀ ਨਸ਼ਈ ਲੋਕ ਭੰਗ ਆਦਿਕ, ਮੱਛੀ ਆਦਿਕ ਖਾਂਦੇ ਨੇ, ਯਾਨੀ ਇਹ ਸਾਰੇ ਜਿਹੜੀ ਪੰਕਤੀ ਨਾ, ਇਹਦਾ ਮਤਲਬ ਹੋ ਜਾਏਗਾ ਚਸਕੇ, ਕਿ ਜੋ ਚਸਕਿਆਂ ਦੇ ਵਿੱਚ, ਨਸ਼ਿਆਂ ਦੇ ਵਿੱਚ ਔਰ ਚਸਕਿਆਂ ਦੇ ਵਿੱਚ ਪਏ ਨੇ, ਸ਼ਰਾਬ ਕਬਾਬ ਦੇ ਚਸਕਿਆਂ ਵਿੱਚ ਪਏ ਨੇ, ਇਹ ਚਸਕੇ ਵੀ ਨਿਭਾ ਰਹੇ ਨੇ ਤੇ ਨਾਲ ਤੀਰਥਾਂ ਤੇ ਵੀ ਚਲੇ ਜਾਂਦੇ ਨੇ ਤੇ ਸਮਝ ਲੈਂਦੇ ਨੇ ਵੀ ਸਾਡੇ ਪਾਪ ਲੈ ਗਏ, ਤੇ ਨਾਲ ਮੰਗਲਵਾਰ ਵੀਰਵਾਰ ਦਾ ਵਰਤ ਵੀ ਰੱਖ ਲੈਂਦੇ ਨੇ, ਤੇ ਕੁਛ ਕਰਮ ਕਾਂਡ ਵੀ ਨਿਭਾਉਂਦੇ ਨੇ। ਧਰਮ ਸਥਾਨ ਤੇ ਕਿਤੇ ਜਾ ਕੇ ਦੀਵਾ ਜਗਾਏ, ਮੱਥਾ ਟੇਕ ਕੁਛ ਕਰ ਰਹੇ। ਤਾਂ ਕਬੀਰ ਜੀ ਕਹਿੰਦੇ ਨੇ ਉਹਨਾਂ ਦੇ ਇਹ ਕਰਮ ਕਾਂਡ ਉਹਨਾਂ ਨੂੰ ਨਰਕ ਵਿੱਚ ਪੈਣ ਤੋਂ ਨਹੀਂ ਬਚਾ ਸਕਣਗੇ। ਉਹਨਾਂ ਦਾ ਜੀਵਨ ਦੁਖੀ ਹੋ ਜਾਏਗਾ, ਉਹ ਵਿਕਾਰੀ ਹੋ ਜਾਣਗੇ, ਦੁੱਖਾਂ ਦੇ ਨਰਕ ਵਿੱਚ ਉਹ ਪੈਣਗੇ ਹੀ ਪੈਣਗੇ। ਇਹ ਵਰਤ ਨਰਾਤੇ ਆਦਿਕ ਜਿਹੜੇ ਨੇਮ ਨੇ, ਇਹ ਉਹਨਾਂ ਨੂੰ ਬਚਾ ਨਹੀਂ ਸਕਣਗੇ। ਤਾਂ ਜੋ ਵਿਸ਼ਈ ਲੋਕ ਸੱਚ ਨੂੰ ਛੱਡ ਕੇ ਵਿਸ਼ੇ ਵਿਕਾਰ ਵੀ ਕਮਾਉਂਦੇ ਨੇ, ਚਸਕਿਆਂ ਵਿੱਚ ਵੀ ਪਏ ਹੋਏ ਨੇ, ਔਰ ਨਾਲ ਉਹ ਵਰਤ ਨਰਾਤੇ ਆਦਿਕ ਇਹਨਾਂ ਨੇਮਾਂ ਨੂੰ ਵੀ ਨਿਭਾ ਰਹੇ ਨੇ, ਤਾਂ ਐਸੇ ਲੋਕ ਜਿਹੜੇ ਨੇ ਉਹ ਆਪਣੇ ਜੀਵਨ ਨੂੰ ਨਰਕ ਬਣਾ ਲੈਂਦੇ ਨੇ। ਉਹਨਾਂ ਦੇ ਜੀਵਨ ਨੂੰ ਨਰਕ ਵਿੱਚ ਪੈਣ ਤੋਂ ਕੋਈ ਬਚਾ ਨਹੀਂ ਸਕਦਾ। ਅਗਲਾ ਬਚਨ ਕਰਦੇ ਨੇ, ਨੀਚੇ ਲੋਇਨ ਕਰ ਰਹੋ ਲੈ ਸਾਜਨ ਕਟ ਮਾਹੇ,
सब रस खेलों पी सों, किसी लखावों नाहे। लोइन का मतलब अखां, लोइन अखां। कर रहो का मतलब मैं करी रखदी हां। साजन का मतलब प्यारा पति प्रभु। घट माहे का मतलब हिरदे विच सांभ के। हुण कबीर जी कहंदे ने कि मैं अपने प्यारे पति प्रभु दे शुभ गुणां नूं हिरदे विच सांभ के नीचे लोइन कर रहूं। ਇਹ ਜਿਹੜੇ ਭਾਂਗ ਮਾਛਲੀ ਸੁਰਾ ਆਦਿਕ ਵਿਕਾਰ ਨੇ, ਇਹਨਾਂ ਵੱਲੋਂ ਮੈਂ ਆਪਣੀਆਂ ਅੱਖਾਂ ਨੀਵੀਆਂ ਕਰੀ ਰੱਖਦੀ। ਜਿੰਨੇ ਵੀ ਅਵਰਤ ਨਰਾਤੇ ਕਰਮ ਕਾਂਡ ਨੇ, ਵਿਕਾਰ ਨੇ, ਪਾਪ ਨੇ, ਅਪਰਾਧ ਨੇ, ਮੈਂ ਆਪਣੀਆਂ ਅੱਖਾਂ ਨੂੰ ਉਧਰੋਂ ਨੀਵਿਆਂ ਕੀਤਾ ਹੋਇਆ ਹੈ, ਮੈਂ ਉਧਰ ਵੇਖਦਾ ਹੀ ਨਹੀਂ। ਨੀਚੇ ਲੋਇਨ ਕਰ ਰਹੂੰ ਲੈ ਸਾਜਨ ਘਟ ਮਾਹੇ। ਘਟ ਦਾ ਮਤਲਬ ਹਿਰਦਾ, ਮੈਂਟੈਲਿਟੀ, ਸੋਚ। ਮੈਂ ਆਪਣੇ ਪਿਆਰੇ ਪ੍ਰੀਤਮ ਨੂੰ ਆਪਣੀ ਸੋਚ ਵਿੱਚ ਵਸਾਇਆ ਹੋਇਆ ਹੈ, ਸੱਚ ਨੂੰ। ਜਿਹੜਾ ਪਿੱਛੇ ਆਪਾਂ ਪੜਿਆ ਨਾ ਵੀ ਐਸਾ ਬੀਜ, ਸੱਚ ਦਾ ਬੀਜ, ਗੁਣਾਂ ਦਾ ਬੀਜ, ਨਿਰਭੈਤਾ, ਨਿਰਵੈਰਤਾ, ਦਇਆ, ਹਰ ਥਾਂ ਤੇ ਪ੍ਰਭੂ ਵਿਆਪਕਤਾ ਦੀ ਵਿਚਾਰ। ਇਹਨਾਂ ਚੀਜ਼ਾਂ ਨੂੰ ਮੈਂ ਆਪਣੇ ਹਿਰਦੇ ਵਿੱਚ ਵਸਾ ਕੇ ਆਪਣੇ ਪਿਆਰੇ ਪ੍ਰੀਤਮ ਨੂੰ, ਬਾਕੀ ਜਗਤ ਵੱਲੋਂ ਮੈਂ ਅੱਖਾਂ ਨੀਵੀਆਂ ਕੀਤੀਆਂ ਹੋਈਆਂ ਨੇ, ਅੱਖਾਂ ਬੰਦ ਹੀ ਨੇ ਮੇਰੀਆਂ। ਮੈਨੂੰ ਕੋਈ ਮਤਲਬ ਨਹੀਂ ਹੈ ਵਰਤਨ ਰਾਤੇ ਸਰਾਧਾਂ ਨਾਲ ਤੇ ਵਿਸ਼ੇ ਵਿਕਾਰਾਂ ਦੇ ਨਾਲ। ਸਭ ਰਸ ਖੇਲੋਂ ਪੀ ਸੋਂ। ਪੀ ਦਾ ਮਤਲਬ ਪਿਆਰਾ, ਪੀ ਸੌਂ ਦਾ ਮਤਲਬ ਰੱਬ ਦੇ ਨਾਲ, ਪਿਆਰੇ ਦੇ ਨਾਲ। ਖੇਲੋਂ ਮੈਂ ਖੇਡਦੀ ਹਾਂ, ਮਾਣਦੀ ਹਾਂ। ਲਖਾਵੋਂ ਨਾਹੇ, ਲਖਾਵੋਂ ਦਾ ਮਤਲਬ ਹੁੰਦਾ ਹੈ ਵੇਖਣਾ, ਦੱਸਣਾ, ਵਿਖਾਣਾ ਕਿਸੇ ਨੂੰ, ਆਪਣੀ ਮਸ਼ਹੂਰੀ ਕਰਦੇ ਫਿਰਨਾ। ਤਾਂ ਕਬੀਰ ਜੀ ਕਹਿੰਦੇ ਨੇ ਦੁਨੀਆ ਦੇ ਇਹਨਾਂ ਰਸਾਂ ਦੇ ਨਾਲ ਖੇਡਾਂ ਖੇਡਣ ਦੀ ਥਾਂ ਮੈਂ ਸਾਰੇ ਰੰਗ ਆਨੰਦ ਆਪਣੇ ਪ੍ਰਭੂ ਦੇ ਨਾਲ ਮਾਣਦੀਆਂ। ਮੈਂ ਆਪਣੇ ਅੰਦਰ ਰੱਬ ਨੂੰ, ਰੱਬੀ ਗੁਣਾਂ ਨੂੰ ਵਸਾਇਆ ਹੈ, ਤਾਂ ਮੇਰੀ ਸੁਰਤ ਸੱਚ ਨਾਲ, ਦਇਆ ਨਾਲ, ਧਰਮ ਨਾਲ, ਨਿਰਭੈਤਾ ਨਾਲ, ਨਿਰਵੈਰਤਾ ਦੇ ਨਾਲ ਆਨੰਦ ਮਾਣ ਰਹੀ ਹੈ। ਕਿਸੇ ਲਖਾਵੋਂ ਨਾ ਹੈ ਤੇ ਮੈਂ ਇਹ ਚੀਜ਼ਾਂ ਕਿਸੇ ਨੂੰ ਦੱਸਦਾ ਫਿਰਦਾ ਨਹੀਂ ਹਾਂ। ਦੇਖੋ, ਚੀਜ਼ ਨੂੰ ਮਾਨਣਾ ਹੋਰ ਹੁੰਦਾ ਹੈ ਤੇ ਬਿਆਨਣਾ ਇੱਕ ਵੱਖਰੀ ਗੱਲ ਹੈ। ਕਈ ਲੋਕ ਹੁੰਦੇ ਨੇ ਉਹ ਬਿਆਨ ਕਰਦੇ ਫਿਰਦੇ ਨੇ, ਮੈਂ ਇਹ ਕਰ ਦਿੱਤਾ, ਮੈਂ ਉਹ ਕਰਤਾ, ਉਹ ਆਪਣੀਆਂ ਆਰਾਮ ਕਹਾਣੀਆਂ ਛੇੜ ਕੇ ਰੱਖਦੇ ਨੇ। ਔਰ ਐਸੇ ਲੋਕਾਂ ਤੋਂ ਲੋਕ ਕਟਣ ਵੀ ਲੱਗ ਜਾਂਦੇ ਨੇ। ਕਈ ਵਾਰ ਹੁੰਦਾ ਹੈ ਗੱਲ, ਅਸੀਂ ਕੁਝ ਹੋਰ ਕਰਨੀ ਸ਼ੁਰੂ ਕਰਦੇ ਹਾਂ ਤੇ ਨਾਲ ਦੇ ਨਾਲ ਹੀ ਫਿਰ ਕਰ ਦੇਣਾ ਜੀ ਮੈਂ ਤੇ ਜੀ ਸੱਚ ਬੋਲਦਾ, ਅਸੀਂ ਤਾਂ ਜੀ ਦਇਆ ਕਰਦੇ ਹਾਂ, ਅਸੀਂ ਤਾਂ ਮਾੜਾ ਕੰਮ ਕਦੇ ਕੀਤਾ ਹੀ ਨਹੀਂ, ਇਹ ਉਹ ਆਪਣੀਆਂ ਮਤਲਬ ਐਸੀਆਂ। ਤਾਂ ਇਹ ਕਹਿਣ ਦੀ ਲੋੜ ਨਹੀਂ ਹੈ, ਕਿਉਂਕਿ ਜਿਹੜਾ ਇਨਸਾਨ ਦੇ ਅੰਦਰ ਸ਼ੁਭ ਗੁਣ ਨੇ ਨਾ, ਉਹਦੇ ਸੁਭਾਅ ਚੋਂ, ਉਹਦੇ ਵਿਹਾਰ ਦੇ ਵਿੱਚੋਂ ਪ੍ਰਗਟ ਹੋ ਜਾਣਗੇ, ਆਟੋਮੈਟਿਕਲੀ ਪ੍ਰਗਟ ਹੋ ਜਾਣਗੇ। ਹਰ ਕਾ ਭਗਤ ਪ੍ਰਗਟ ਨਹੀਂ ਛਪੇ। ਜੇ ਚੰਗਾ ਬੰਦਾ ਛਿਪਣਾ ਚਾਹੇਗਾ ਤਾਂ ਉਹ ਛਿਪ ਹੀ ਨਹੀਂ ਸਕਦਾ, ਕਿਉਂਕਿ ਉਹਦੇ ਹਰ ਕਰਮ ਤੋਂ, ਹਰ ਵਿਹਾਰ ਦੇ ਵਿੱਚੋਂ ਉਹ ਪ੍ਰਗਟ ਹੋ ਰਿਹਾ ਹੋਵੇਗਾ। ਜਿਵੇਂ ਆਪਾਂ ਭਗਤ ਪੂਰਨ ਸਿੰਘ ਬਾਰੇ ਗੱਲ ਕੀਤੀ ਸੀ ਨਾ, ਜੋ ਉਹਨਾਂ ਬਾਰੇ ਪੜਿਆ ਸੁਣਿਆ ਹੈ ਕਿ ਉਹ ਰਾਸਤੇ ਵਿੱਚ ਜਾ ਰਹੇ ਨੇ, ਜੇ ਕਿਤੇ ਕਿਸੇ ਗਾਂ ਮੱਝ ਦਾ ਗੋਹਾ ਵੀ ਪਿਆ ਹੈ ਨਾ ਕਿਸੇ ਪਸ਼ੂ ਦਾ ਰਾਹ ਵਿੱਚ, ਤਾਂ ਉਹ ਆਪਣੇ ਹੱਥਾਂ ਦੇ ਨਾਲ ਉਹ ਗੋਹਾ ਚੁੱਕ ਕੇ ਤੇ ਖੇਤ ਦੇ ਵਿੱਚ, ਪੈਲੀ ਆਦਿਕ ਦੇ ਵਿੱਚ ਪਾ ਦਿੰਦੇ ਸਨ ਵੀ ਇੱਥੇ ਐਵੇਂ ਗੰਦਗੀ ਪੈ ਰਹੀ ਹੈ, ਇਹ ਇਹਦੀ ਖਾਦ ਬਣ ਜਾਏਗੀ। ਤਾਂ ਹੁਣ ਭਗਤ ਪੂਰਨ ਸਿੰਘ ਦੇ ਛਿਪਣਾ ਵੀ ਜਾਣਦੇ ਨਹੀਂ ਨਾ ਛਿਪ ਸਕਣਗੇ, ਕਿਉਂਕਿ ਉਹਦਾ ਕੰਮ ਪ੍ਰਗਟ ਕਰ ਰਿਹਾ ਹੈ ਹਰ ਥਾਂ। ਜਿਹੜਾ ਮਿੱਠੀ ਬੋਲੀ ਵਾਲਾ ਬੰਦਾ ਹੈ, ਉਹਦੇ ਛਿਪਣਾ ਵੀ ਚਾਹੇ ਤਾਂ ਛਿਪ ਨਹੀਂ ਸਕੇਗਾ, ਕਿਉਂਕਿ ਉਹਦੀ ਜ਼ਬਾਨ ਦੇ ਵਿੱਚੋਂ ਰਸਦਾਇਕ, ਨਿਮਰਤਾ ਵਾਲੇ ਬੋਲ ਨਿਕਲਣਗੇ। ਤੇ ਜਿਹੜੇ ਜਿਨ੍ਹਾਂ ਦੀ ਕੁੜੱਤਣ ਵਾਲੀ ਬੋਲੀ ਹੈ, ਉਹ ਵੀ ਬਿਲਕੁਲ ਪ੍ਰਗਟ ਹੋ ਜਾਣੇ। ਬੇਸ਼ੱਕ ਉਹ ਚੰਗੀ ਗੱਲ ਹੀ ਕਰਦੇ ਹੋਣ, ਲੇਕਿਨ ਇੰਜ ਲੱਗਦਾ ਜਿਵੇਂ ਉਹ ਖਾਣ ਪੈਣ ਦੇ, ਕੁਹਾੜਾ ਚੁੱਕਿਆ ਹੈ, ਕੁਹਾੜਾ ਮੋਢੇ ਧਰਿਆ, ਐਵੇਂ ਉਹਨਾਂ ਦੀ ਬੋਲੀ ਹੋਏਗੀ, ਪ੍ਰਗਟ ਹੋਏਗਾ ਨਾ ਅਰਥਾਂ। ਤਾਂ ਕਬੀਰ ਜੀ ਕਹਿੰਦੇ ਨੇ ਮੈਂ ਇਹਨਾਂ ਚੀਜ਼ਾਂ ਦੀ ਮਸ਼ਹੂਰੀ ਨਹੀਂ ਕਰਦਾ ਫਿਰਦਾ, ਮੈਂ ਲੋਕ ਵਿਖਾਵਾ ਨਹੀਂ ਕਰਦਾ। ਕਿਸੇ ਲਖਾਵੋਂ ਨਾਹੀਂ ਦਾ ਮਤਲਬ ਮੈਂ ਲੋਕ ਵਿਖਾਵਾ ਨਹੀਂ ਕਰਦਾ, ਸਗੋਂ ਮੈਂ ਸਾਰੇ ਆਨੰਦ ਪ੍ਰਭੂ ਦੇ ਨਾਲ ਮਾਣ ਰਿਹਾ ਹਾਂ। ਤਾਂ ਇਥੋਂ ਸਾਨੂੰ ਜ਼ਿੰਦਗੀ ਜੀਣ ਲਈ ਕੀ ਮਿਲਣਾ ਹੈ ਕਿ ਅਸੀਂ ਰੱਬੀ ਗੁਣਾਂ ਨੂੰ ਆਪਣੇ ਹਿਰਦੇ ਵਿੱਚ ਵਸਾਣਾ ਹੈ, ਮਾੜੇ ਪਾਸੇ ਆਪਣੀਆਂ ਅੱਖਾਂ ਨੂੰ ਬੰਦ ਕਰਨਾ ਹੈ, ਭਾਵ ਕਿ ਮਾੜੇ ਪਾਸੇ ਵੇਖਣਾ ਵੀ ਨਹੀਂ। ਸਾਰੇ ਆਨੰਦ ਰਸ ਸ਼ੁਭ ਗੁਣਾਂ ਦੇ ਨਾਲ ਮਾਨਣੇ ਨੇ, ਅੰਦਰ ਤੁਹਾਨੂੰ ਖੁਸ਼ੀਆਂ ਮਿਲਣਗੀਆਂ।
ਲੇਕਿਨ ਲੋਕ ਵਿਖਾਵਾ ਕਰਨ ਦੀ ਲੋੜ ਨਹੀਂ। ਅਗਲਾ ਬਚਨ ਕਰਦੇ ਨੇ, ਆਠ ਜਾਮ 64 ਕਰੀ ਤੋ ਨਿਰਖਤ ਰਹਿ ਜੀਓ, ਨੀਚੇ ਲੋਇਨ ਕਿਉਂ ਕਰੋ ਸਭ ਕਟ ਦੇਖੋ ਪੀਓ। ਹੁਣ ਪਹਿਲੇ ਸ਼ਲੋਕ ਨੂੰ ਹੋਰ ਖੋਲ ਕੇ ਦੱਸ ਰਹੇ ਨੇ, ਹੋਰ ਖੋਲ ਕੇ ਦੱਸ ਰਹੇ ਨੇ। ਆਠ ਜਾਮ, ਜਾਮ ਦਾ ਮਤਲਬ ਹੈ ਪੈਰ, ਆਠ ਜਾਮ ਦਾ ਮਤਲਬ ਅੱਠੇ ਪੈਰ, ਦਿਨ ਰਾਤ ਦੇ ਕੋਲ 8 ਪੈਰ ਹੁੰਦੇ ਨੇ। 64 ਘੜੀ, 100 ਦਾ ਮਤਲਬ 4, 60 ਦਾ ਮਤਲਬ 60, 64 ਦਾ ਮਤਲਬ 64, 64, ਘੜੀ ਦਾ ਮਤਲਬ ਘੜੀਆਂ, 8 ਪੈਰ 64 ਘੜੀਆਂ, ਰਾਤ ਦਿਨ ਹਰ ਵੇਲੇ। ਤੋ ਦਾ ਮਤਲਬ ਤੈਨੂੰ, ਨਿਰਖਤ ਰਹਿ, ਵੇਖਦੀ ਰਹਿੰਦੀ ਹੈ, ਜੀਓ ਦਾ ਮਤਲਬ ਮੇਰੀ ਜਿੰਦ। ਹੁਣ ਕਬੀਰ ਜੀ ਪਹਿਲਾਂ ਕਹਿੰਦੇ ਸਨ ਨਾ ਵੀ ਮੈਂ ਕਿਸੇ ਵੱਲ ਵੇਖਾਂ ਹੀ ਨਾ, ਇਹ ਤਾਂ ਮਤਲਬ ਸੀ ਕਿ ਮੈਂ ਨੀਵੀਆਂ ਅੱਖਾਂ ਕੀਤੀਆਂ ਨੇ, ਮੈਂ ਕਿਸੇ ਵੱਲ ਵੇਖਦਾ ਨਹੀਂ, ਭਾਵ ਕਿ ਮੈਂ ਆਪਣੇ ਵਿਖਾਵਾ ਨਹੀਂ ਕਰਦਾ। ਹੁਣ ਉਹ ਸ਼ਲੋਕ ਨੂੰ ਹੋਰ ਖੋਲ ਰਹੇ ਨੇ ਕਿ ਕੋਈ ਕਨਫਿਊਜ਼ਨ ਨਾ ਰਹਿ ਜਾਏ। आठ पहर आठ जाम 64 करी तो निरखत रह जियो, कि अठे पैर 64 ਦੀਆਂ 64 ਘੜੀਆਂ, ਭਾਵ ਹਰ ਵੇਲੇ ਤੋ ਨਿਰਖਤ ਰਹਿ ਜਿਓ, ਮੇਰੀ ਜਿੰਦ ਤੈਨੂੰ ਹੀ ਵੇਖਦੀ ਰਹਿੰਦੀ ਹੈ, ਹਰ ਥਾਂ ਤੇ ਤੈਨੂੰ ਵੇਖ ਰਹੀ ਹੈ। ਨੀਚੇ ਲੋਇਨ ਕਿਉਂ ਕਰੋ ਸਭ ਘਟ ਦੇਖੋ ਪੀਓ, ਲੋਇਨ ਦਾ ਮਤਲਬ ਅੱਖਾਂ, ਘਟ ਦਾ ਮਤਲਬ ਸਰੀਰ, ਦੇਖੋ ਦਾ ਮਤਲਬ ਵੇਖਾਂ, ਪੀਓ ਦਾ ਮਤਲਬ ਪਤੀ। ਮੈਂ ਅੱਖਾਂ ਨੀਵੀਆਂ ਕਿਉਂ ਕਰਾਂ, ਸਗੋਂ ਮੈਂ ਸਭ ਸ਼ਰੀਰਾਂ ਵਿੱਚ ਆਪਣੇ ਪਤੀ ਨੂੰ ਹੀ ਵੇਖਦੀ ਹਾਂ, ਸਾਰਿਆਂ ਦੇ ਵਿੱਚ ਮੈਨੂੰ ਰੱਬ ਹੀ ਨਜ਼ਰੀ ਪੈਂਦਾ। ਨੀਚੇ ਲੋਇਨ ਕਿਉਂ ਕਰੋ, ਵੀ ਨੀਵੀਆਂ ਅੱਖਾਂ ਕਿਉਂ ਕਰਾਂ, ਮੈਂ ਨਫ਼ਰਤ ਕਿਉਂ ਕਰਾਂ ਕਿਸੇ ਦੇ ਨਾਲ, ਮੈਂ ਹਰ ਇੱਕ ਦੇ ਵਿੱਚ ਵੇਖਦੀ ਰੱਬ ਨੂੰ, ਮੈਨੂੰ ਹਰ ਇੱਕ ਦੇ ਅੰਦਰ ਰੱਬ ਨਜ਼ਰੀ ਪੈਂਦਾ। ਹੁਣ ਇਹ ਦੇਖੋ, ਅਸੀਂ ਵਿਚਾਰ ਪਹਿਲਾਂ ਕਰ ਚੁੱਕੇ ਹਾਂ ਕਈ ਵਾਰ, ਇੱਥੋਂ ਤੇ ਕਰੀਬ ਕਰੀਬ ਸਾਰੇ ਸਪਸ਼ਟ ਹੀ ਆ ਕਿ ਹੁਣ ਜਿਹੜਾ ਮਾੜਾ ਬੰਦਾ ਹੈ ਕਿ ਉਹਦੇ ਵਿੱਚ ਵੀ ਰੱਬ ਨੂੰ ਵੇਖੀਏ, ਆਮ ਕਰਕੇ ਸਵਾਲ ਹੁੰਦਾ। ਅਸਲ ਦੇ ਵਿੱਚ ਹੈ ਉਹਦੇ ਵਿੱਚ ਵੀ ਰੱਬ ਹੀ ਹੈ, ਉਸੇ ਸਿਸਟਮ ਵਿੱਚ ਜੀ ਰਿਹਾ ਜਿਹੜੇ ਵਿੱਚ ਅਸੀਂ ਜੀ ਰਹੇ ਹਾਂ। ਉਸ ਬੰਦੇ ਦੇ ਅੰਦਰ ਵੀ ਸਤ, ਸੰਤੋਖ, ਦਇਆ, ਧਰਮ, ਧੀਰਜ, ਗਿਆਨ, ਵਿਰਾਗ, ਨਿਮਾਨਤਾ ਆਦਿਕ ਸ਼ੁਭ ਗੁਣ ਮੌਜੂਦ ਨੇ, ਹਰ ਇੱਕ ਦੇ ਅੰਦਰ ਮੌਜੂਦ ਨੇ, ਪਰ ਉਹ ਉਹਨਾਂ ਗੁਣਾਂ ਨੂੰ ਯੂਜ਼ ਨਹੀਂ ਕਰ ਰਿਹਾ। ਹੁਣ ਸਪੋਜ਼ ਮੇਰਾ ਨਾਮ ਲੈ ਕੇ ਇਸ ਗੱਲ ਨੂੰ ਆਪਾਂ ਸਪਸ਼ਟ ਕਰੀਏ, ਮੰਨ ਲਓ ਮੈਂ ਝੂਠ ਬੋਲਦਾ ਹਾਂ, ਈਰਖਾ ਕਰਦਾ ਹਾਂ, ਜਾਂ ਮੇਰੀ ਜ਼ਿੰਦਗੀ ਠੀਕ ਨਹੀਂ ਹੈ, ਤਾਂ ਜਿਹੜੇ ਤੁਹਾਡੇ ਵਿੱਚੋਂ ਸਿਆਣੇ ਵੀਰ ਭੈਣਾਂ ਹੋਣਗੇ ਨਾ, ਤਾਂ ਉਹ ਇਹ ਚੀਜ਼ ਨੂੰ ਫੀਲ ਕਰਨਗੇ ਕਿ ਦੇਖੋ ਬੰਦੇ ਦੇ ਅੰਦਰ ਸ਼ੁਭ ਗੁਣ ਮੌਜੂਦ ਨੇ, ਇਹ ਚੰਗਾ ਹੋ ਸਕਦਾ ਹੈ, ਪਰ ਕਿਵੇਂ ਇਹ ਬੰਦਾ ਇਹਨਾਂ ਚੀਜ਼ਾਂ ਨੂੰ ਭੁੱਲ ਕੇ ਰੱਬ ਨਾਲੋਂ ਟੁੱਟ ਕੇ ਤੇ ਆਪਣੀ ਜ਼ਿੰਦਗੀ ਤਬਾਹ ਕਰ ਦੇ। ਇਹਦਾ ਮਤਲਬ ਤੁਸੀਂ ਮੇਰੇ ਵਿੱਚ ਰੱਬ ਦੀ ਪੋਸੀਬਿਲਿਟੀ ਦੇਖੀ ਨਾ, ਤਾਂ ਪੋਸੀਬਿਲਿਟੀ ਹਰ ਇੱਕ ਦੇ ਅੰਦਰ ਹੈ। ਜਿਹੜੇ ਲੋਕ ਡਰੱਗੀ ਹੋ ਗਏ ਨੇ, ਉਹਨਾਂ ਅੰਦਰ ਪੋਸੀਬਿਲਿਟੀ ਹੈ ਕਿ ਉਹ ਛੱਡ ਕੇ ਉਹ ਚੰਗੇ ਇਨਸਾਨ ਹੋ ਸਕਦੇ ਨੇ, ਨਸ਼ਾ ਤੋਂ ਮੁਕਤ ਹੋ ਸਕਦੇ ਨੇ। ਜੋ ਝੂਠ ਬੋਲਦੇ ਨੇ, ਈਰਖਾ ਦਵੇਸ਼ ਕਮਾਉਂਦੇ ਨੇ, ਉਹਨਾਂ ਅੰਦਰ ਪੋਸੀਬਿਲਿਟੀ ਹੈ, ਉਹ ਸੱਚ ਬੋਲ ਸਕਦੇ ਨੇ, ਝੂਠ ਨੂੰ ਛੱਡ ਸਕਦੇ ਨੇ ਪ੍ਰੈਕਟਿਸ ਕਰਕੇ, ਈਰਖਾ ਦੀ ਜਗ੍ਹਾ ਉਹ ਪ੍ਰੇਮ ਪੈਦਾ ਕਰ ਸਕਦੇ ਨੇ। ਇਸੇ ਨੂੰ ਕਹਿੰਦੇ ਨੇ ਸਾਰਿਆਂ ਦੇ ਵਿੱਚ ਰੱਬ ਨੂੰ ਵੇਖਣਾ। ਤਾਂ ਭਗਤ ਕਬੀਰ ਜੀ ਕਹਿੰਦੇ ਨੇ, ਮੈਂ ਤਾਂ ਅੱਠੇ ਪਹਿਰ 64 ਦੀਆਂ 64 ਘੜੀਆਂ ਹਰ ਵੇਲੇ, ਮੇਰੀ ਜਿੰਦ ਤੈਨੂੰ ਹੀ ਵੇਖਦੀ ਏ ਚੁਫੇਰੇ, ਦੋਏ ਦੋਏ ਲੋਚਨ ਪੇਖਾਂ ਹੂੰ ਹਰ ਬਿਨ ਔਰ ਨਾ ਦੇਖਾਂ। ਧੰਨ ਗੁਰੂ ਅਮਰਦਾਸ ਜੀ ਕਹਿੰਦੇ ਨੇ, ਇਹ ਵਿਸ਼ ਸੰਸਾਰ ਤੁਮ ਦੇਖਦੇ, ਇਹ ਹਰ ਕਾ ਰੂਪ ਹੈ, ਹਰ ਰੂਪ ਨਦਰੀ ਆਇਆ। ਤਾਂ ਮੈਂ ਅੱਠੇ ਪੈਰ ਉਸ ਪ੍ਰਭੂ ਨੂੰ ਦੇਖਦੀ ਹਾਂ, ਮੈਂ ਨੀਵੀਆਂ ਅੱਖਾਂ ਕਿਉਂ ਕਰਾਂ, ਸਗੋਂ ਹਰ ਹਿਰਦੇ ਵਿੱਚ ਮੈਂ ਰੱਬ ਨੂੰ ਦੇਖਾਂ। ਇਸ ਤਰ੍ਹਾਂ ਮੇਰੀ ਜ਼ਿੰਦਗੀ ਵਿੱਚ ਕਿਤੇ ਨਫ਼ਰਤ ਨਹੀਂ ਰਹਿੰਦੀ, ਮੇਰਾ ਜੀਵਨ ਉੱਚਾ ਸੁੱਚਾ ਹੋ ਜਾਂਦਾ। ਅਗਲਾ ਬਚਨ ਕਰਦੇ ਨੇ, ਹੁਣ ਇਹਨਾਂ ਸ਼ਲੋਕਾਂ ਨੂੰ ਤੀਜੀ ਜਗ੍ਹਾ ਤੇ ਹੋਰ ਸਪਸ਼ਟ ਕਰਦੇ ਨੇ ਕਿ ਇਹ ਅਵਸਥਾ ਕੈਸੀ ਬਣ ਜਾਂਦੀ ਹੈ ਬੰਦੇ ਦੀ। ਫਿਰ ਸੁਨ ਸਖੀ ਪੀ ਮਹਿ ਜੀਓ ਬਸੈ, ਜੀ ਮਹਿ ਬਸੈ ਕੇ ਪੀਓ, ਜੀਓ ਪੀਓ ਬੂਝੋ ਨਹੀਂ, ਘਟ ਮਹਿ ਜੀਓ ਕੇ ਪੀਓ। ਜਿਵੇਂ ਜਿਵੇਂ ਮੈਂ ਵਿਕਾਰਾਂ ਵੱਲੋਂ ਆਪਣੀ ਸੁਰਤ ਨੂੰ ਹੋੜਿਆ, ਸ਼ੁਭ ਗੁਣਾਂ ਦੇ ਨਾਲ ਜੋੜਿਆ,
ਆਪਣੇ ਮਸਤਕ ਤੇ ਸ਼ੁਭ ਗੁਣਾਂ ਦੇ ਲੇਖ ਲਿਖੇ, ਗੁਰੂ ਦੇ ਦੱਸੇ ਰਾਹ ਤੇ ਤੁਰਿਆ। ਮੈਂ ਫਿਰ ਵਿਕਾਰਾਂ ਵੱਲੋਂ ਅੱਖਾਂ ਨੀਵੀਆਂ ਕਰ ਲਈਆਂ। ਆਖਿਰ ਮੈਂ ਸਾਰਿਆਂ ਦੇ ਵਿੱਚ ਉਸ ਪ੍ਰਭੂ ਨੂੰ ਤੱਕਿਆ। ਮੇਰੀ ਜ਼ਿੰਦਗੀ ਚੋਂ ਨਫ਼ਰਤ ਆਦਿਕ ਮੁੱਕ ਗਈ। ਤੇ ਹੁਣ ਅਗਲੀ ਸਟੇਜ ਕੀ ਹੈ? ਸੁਣ ਸਖੀ। ਸਖੀ ਦਾ ਮਤਲਬ ਸਹੇਲੀਏ, ਸਹੇਲੀਏ, ਵੀਰੇ, ਭੈਣੇ, ਸਤਸੰਗੀ ਜਨ। ਸੁਣ ਸਖੀ ਪੀ ਮਹਿ ਜੀਓ ਬਸੈ। ਪੀ ਦਾ ਮਤਲਬ ਪਿਆਰਾ, ਪ੍ਰੀਤਮ। ਪੀ ਮਹਿ ਦਾ ਮਤਲਬ ਰੱਬ ਵਿੱਚ, ਬਸੈ ਦਾ ਮਤਲਬ ਵਸਤਾ ਹੈ। ਜੀ ਮੈਂ ਬਸੇ ਕਿ ਪੀਓ, ਜੀ ਦਾ ਮਤਲਬ ਜਿੰਦ, ਪੀਓ ਦਾ ਮਤਲਬ ਰੱਬ। ਹੁਣ ਕਬੀਰ ਜੀ ਕਹਿੰਦੇ ਨੇ ਕਿ ਗੁਰੂ ਦੇ ਦੱਸੇ ਰਾਹਾਂ ਤੇ ਚੱਲ ਕੇ, ਵਿਕਾਰਾਂ ਵੱਲੋਂ ਮੂੰਹ ਮੋੜ ਕੇ, ਸ਼ੁਭ ਗੁਣਾਂ ਦੇ ਨਾਲ ਜੁੜ ਕੇ, ਚਾਰ ਚਫੇਰੇ ਰੱਬੀ ਰਜਾ ਨੂੰ ਮਹਿਸੂਸ ਕਰਦਿਆਂ, ਹਰ ਥਾਂ ਦੇ ਉੱਤੇ ਹਰੀ ਨੂੰ ਤੱਕਦਿਆਂ ਹੋਇਆਂ, ਹੁਣ ਮੇਰੀ ਹਾਲਾਤ ਇਹ ਹੋ ਗਈ ਹੈ ਕਿ ਮੈਨੂੰ ਹੁਣ ਇਹ ਪਤਾ ਨਹੀਂ ਲੱਗ ਰਿਹਾ ਕਿ ਮੇਰੀ ਜਿੰਦ ਦੇ ਵਿੱਚ ਰੱਬ ਵਸਦਾ ਹੈ ਕਿ ਮੇਰੀ ਜਿੰਦ ਰੱਬ ਵਿੱਚ ਵਸਦੀ ਹੈ। ਸੁਣ ਸਖੀ ਪੀ ਮੈਂ ਜੀਓ ਬਸੈ, ਜੀ ਮੈਂ ਬਸੈ ਕਿ ਪੀਓ। ਹੁਣ ਮੈਨੂੰ ਪਤਾ ਹੀ ਨਹੀਂ ਲੱਗਦਾ ਕਿ ਮੇਰੀ ਜਿੰਦ ਦੇ ਵਿੱਚ ਰੱਬ ਵਸ ਰਿਹਾ ਹੈ ਕਿ ਮੇਰੀ ਜਿੰਦ ਰੱਬ ਵਿੱਚ ਵਸ ਰਹੀ ਹੈ। ਮੀਨਸ ਕਿ ਮੇਰੀ ਸੋਚ ਦੇ ਅੰਦਰ ਰੱਬ ਵਸਦਾ ਹੈ ਕਿ ਮੇਰੀ ਸੋਚ ਰੱਬ ਵਿੱਚ ਵਸਦੀ, ਪਤਾ ਨਹੀਂ ਲੱਗਦਾ ਪਿਆ। ਜੀਓ ਪੀਓ ਬੂਝੋ ਨਹੀਂ, ਘਟ ਮਹਿ ਜੀਓ ਕੀ ਪੀਓ। ਹੁਣ ਸਹੇਲੀਏ ਇਹ ਸਮਝ ਨਹੀਂ ਸਕਦੀ ਕਿ ਮੇਰੇ ਅੰਦਰ ਮੇਰੀ ਜਿੰਦ ਹੈ ਜਾਂ ਮੇਰੇ ਅੰਦਰ ਰੱਬ ਹੈ। ਜੀਓ ਪੀਓ ਬੂਝੋ ਨਹੀਂ। ਜਿੰਦ ਔਰ ਰੱਬ ਯਾਨੀ ਮੇਰੀ ਸੋਚ ਔਰ ਰੱਬੀ ਗੁਣ, ਇਹਨਾਂ ਨੂੰ ਹੁਣ ਮੈਂ ਵੱਖਰੇ ਨਹੀਂ ਵੇਖ ਸਕਦਾ। ਘਟ ਮੈਂ ਜੀਓ ਕਿ ਪੀਓ, ਮੇਰੇ ਅੰਦਰ ਮੇਰੀ ਜਿੰਦ ਹੈ ਜਾਂ ਮੇਰਾ ਰੱਬ ਹੈ। ਯਾਨੀ ਇਹ ਅਭੇਦਤਾ ਵਾਲੀ ਅਵਸਥਾ ਹੈ, ਜਿਸ ਨੂੰ ਭਗਤ ਕਬੀਰ ਜੀ ਨੇ ਹੋਰ ਥਾਂ ਐਵੇਂ ਕਿਹਾ ਹੈ, ਅਬ ਤੋ ਜਾਏ ਚੜ੍ਹੇ ਸਿੰਘਾਸਨ, ਮਿਲੇ ਹੈ ਸਾਰਿੰਗ ਪਾਣੀ, ਰਾਮ ਕਬੀਰਾ ਏਕ ਪੈ ਹੈ ਕੋਈ ਨਾ ਸਕੇ ਪਛਾਨੀ। ਜਿਸ ਨੂੰ ਗੁਰੂ ਤੇਗ ਬਹਾਦਰ ਜੀ ਕਹਿੰਦੇ ਨੇ, ਜਿਉਂ ਜਲ ਮਹਿ ਜਲ ਆਏ ਖਟਾਨਾ, ਕਿਉਂ ਜੋਤੀ ਸੰਜੋਤ ਸਮਾਨਾ। ਗੁਰਬਾਣੀ ਦੇ ਅੰਦਰ ਸਾਨੂੰ ਇਹ ਚੀਜ਼ਾਂ ਸਮਝਾਈਆਂ ਗਈਆਂ ਕਿ ਹੁਣ ਤਾਂ ਮੇਰੀ ਸੋਚ ਰੱਬੀ ਗੁਣਾਂ ਦੇ ਅੰਦਰ ਅਪੇਦ ਹੋ ਗਈ ਹੈ। ਜਿਵੇਂ ਪਾਣੀ ਅੰਦਰ ਪਾਣੀ ਮਿਲ ਜਾਂਦਾ ਹੈ, ਨਦੀਆਂ ਅਤੇ ਵਹਾ ਪਵੇਂ ਸਮੁੰਦ ਨਾ ਜਾਣੀਏ। ਜਿਵੇਂ ਨਦੀਆਂ, ਨਾਲੇ, ਦਰਿਆਵਾਂ ਦਾ ਪਾਣੀ ਸਮੁੰਦਰ ਵਿੱਚ ਜਾ ਕੇ ਮਿਲ ਜਾਏ ਤੇ ਫਿਰ ਉਹ ਵੱਖਰਾ ਨਹੀਂ ਨਾ ਪਛਾਣਿਆ ਜਾਂਦਾ ਵੀ ਆ ਕਿਹੜੇ ਦਰਿਆ ਦਾ ਪਾਣੀ। ਇੱਕ ਤੁਸੀਂ ਗਲਾਸ ਪਾਣੀ ਆਪਣੇ ਘਰੋਂ ਭਰੋ ਤੇ ਇੱਕ ਗਲਾਸ ਗੁਆਂਢੀਆਂ ਦੇ ਘਰੋਂ ਪਾਣੀ ਲੈ ਆਓ ਤੇ ਉਹਨਾਂ ਦੋਵਾਂ ਗਲਾਸਾਂ ਨੂੰ ਆਪਣੇ ਇੱਕ ਜੱਗ ਦੇ ਵਿੱਚ ਪਾ ਦਿਓ, ਤਾਂ ਹੁਣ ਕੀ ਤੁਸੀਂ ਦੱਸ ਸਕਦੇ ਹੋ ਕਿ ਕਿਹੜਾ ਪਾਣੀ ਤੁਹਾਡੇ ਘਰ ਦਾ ਸੀ ਤੇ ਕਿਹੜਾ ਗੁਆਂਢੀ ਦੇ ਘਰ ਦਾ ਸੀ? ਉਹ ਜੱਗ ਦੇ ਵਿੱਚੋਂ ਵੱਖਰਾ ਵੱਖਰਾ ਕਰ ਸਕਦੇ ਹੋ? ਨਹੀਂ ਕਰ ਸਕਦੇ ਨਾ। ਇਸੇ ਤਰ੍ਹਾਂ ਜਦੋਂ ਰੱਬੀ ਗੁਣਾਂ ਦੇ ਵਿੱਚ ਸਾਡੀ ਸੁਰਤ, ਸਾਡੀ ਮੈਂਟੈਲਿਟੀ ਜੁੜਦੀ ਹੈ, ਉਦੋਂ ਫਿਰ ਅਭੇਦਤਾ ਵਾਲੀ ਅਵਸਥਾ ਹੁੰਦੀ ਹੈ। ਇਸੇ ਨੂੰ ਕਹਿੰਦੇ ਨੇ ਰੱਬ ਦਾ ਮਿਲਾਪ, ਰੱਬ ਨੂੰ ਪਾ ਲੈਣਾ, ਰੱਬ ਵਿੱਚ ਲੀਨ ਹੋ ਜਾਣਾ। ਇਹੀ ਹੈ, ਹੋਰ ਇਹ ਨਹੀਂ ਕਿ ਰੱਬ ਕੋਈ ਬੰਦਾ ਬਣ ਕੇ ਸਾਹਮਣੇ ਆਉਂਦਾ ਹੈ। ਸੋਚ ਮਹਾਨ ਹੋ ਜਾਂਦੀ। ਹੁਣ ਮੈਨੂੰ ਪਤਾ ਹੀ ਨਹੀਂ ਲੱਗਦਾ ਕਿ ਮੈਂ ਰੱਬ ਹਾਂ ਕਿ ਰੱਬ ਹੋ ਰਿਹਾ। ਕਬੀਰ ਜੀ ਕਹਿੰਦੇ ਨੇ, ਅਬ ਤੋ ਜਾਏ ਚੜ੍ਹੇ ਸਿੰਘਾਸਨ, ਮਿਲੇ ਹੈ ਸਾਰਿੰਗ ਪਾਣੀ, ਰਾਮ ਕਬੀਰਾ ਏਕ ਪੈ ਹੈ ਕੋਈ ਨਾ ਸਕੇ ਪਛਾਣੀ। ਹੁਣ ਤੇ ਪਛਾਣ ਹੀ ਮੁੱਕ ਗਈ ਵੀ ਰਾਮ ਕੌਣ ਹੈ ਤੇ ਕਬੀਰ ਕੌਣ। ਭਾਈ ਗੁਰਦਾਸ ਜੀ ਵੀ ਕਹਿੰਦੇ ਨੇ, ਰਾਮ ਕਬੀਰ ਹੈ ਭੇਦ ਨਾ ਭਾਈ। ਗੁਰੂ ਅਰਜਨ ਦੇਵ ਜੀ ਨੇ ਸਾਨੂੰ ਸਮਝਾਇਆ ਨਾ, ਗੋਬਿੰਦ 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 ਸੰਗ ਨਾਮ ਦਿਓ ਮਨ ਲੀਣਾ, ਔੜ ਨਾਮ ਕੋ ਛੀਪਰ ਹੋਇਓ ਲਾਖੀਣਾ। ਤਾਂ ਇਹਨਾਂ ਤਿੰਨਾਂ ਸ਼ਲੋਕਾਂ ਦੇ ਵਿੱਚ ਸਾਨੂੰ ਇਹ ਚੀਜ਼ ਸਮਝਾਈ ਜਾ ਰਹੀ ਹੈ ਕਿ ਨੀਚੇ ਲੋਇਨ ਕਰ ਹੋਣ ਲਈ ਸਾਜਨ ਕਟਮਾ ਹੈ। ਸਭ ਤੋਂ ਪਹਿਲਾਂ ਸ਼ੁਰੂਆਤ ਹੈ ਕਿ ਇਹ ਸ਼ੁਭ ਗੁਣਾਂ ਨੂੰ ਆਪਣੇ ਹਿਰਦੇ ਵਿੱਚ, ਆਪਣੀ ਮੈਂਟੈਲਿਟੀ ਵਿੱਚ ਵਸਾਣਾ ਹੈ ਤੇ ਜਿਹੜੇ ਔਗਣ ਨੇ ਉਹਨਾਂ ਵੱਲੋਂ ਅੱਖਾਂ ਨੀਵੀਆਂ ਕਰ ਲੈਣੀਆਂ ਨੇ। ਸ਼ੁਭ ਗੁਣਾਂ ਦੇ ਨਾਲ ਆਨੰਦ ਮਾਣਨਾ ਹੈ, ਲੇਕਿਨ ਲੋਕ ਵਿਖਾਵਾ ਨਹੀਂ ਕਰਨਾ। ਦੂਜੇ ਸ਼ਲੋਕ ਵਿੱਚ ਅਗਲੀ ਗੱਲ ਕਰਕੇ ਹੋਰ ਸਪਸ਼ਟ ਕਰਦੇ ਨੇ, ਅੱਠੇ ਪੈਰ 64 ਦੀਆਂ 64 ਘੜੀਆਂ, ਯਾਨੀ ਹਰ ਵੇਲੇ ਮੈਂ ਤੈਨੂੰ ਵੇਖਦਾ ਰਹਾ ਤੇ ਮੈਨੂੰ ਅੱਖਾਂ ਨੀਵੀਆਂ ਕਰਨ ਦੀ ਲੋੜ ਨਹੀਂ। ਸਭ ਕੁਝ ਦੇਖੋ ਪੀਓ, ਮੈਨੂੰ ਹੁਣ ਹਰ ਹਿਰਦੇ ਵਿੱਚ ਹੀ ਰੱਬ ਨਜ਼ਰੀ ਪੈਂਦਾ ਹੈ, ਪੋਸੀਬਿਲਿਟੀ ਨਜ਼ਰੀ ਪੈਂਦੀ ਹੈ।
ਤੇ ਹੁਣ ਤੀਜੀ ਗੱਲ, ਫਿਰ ਸਟੇਜ ਦੀ ਤੀਜੀ ਗੱਲ ਸਾਨੂੰ ਸਮਝਾ ਰਹੇ ਨੇ ਕਿ ਜਦੋਂ ਬੰਦਾ ਇਹਨਾਂ ਰਾਹਾਂ ਤੇ ਤੁਰਦਾ ਹੈ, ਗੁਰੂ ਦੱਸੇ ਰਾਹਾਂ ਤੇ ਤੁਰਦਾ ਹੈ, ਇਸ ਵੇ ਆਫ ਲਾਈਫ ਨੂੰ ਅਪਣਾਉਂਦਾ ਹੈ, ਤਾਂ ਫਿਰ ਅਭੇਦਤਾ ਹੋ ਜਾਂਦੀ ਹੈ। ਫਿਰ ਇਹ ਹੀ ਨਹੀਂ ਪਤਾ ਲੱਗਦਾ ਕਿ ਮੇਰੇ ਅੰਦਰ ਰੱਬ ਵਸ ਰਿਹਾ ਹੈ ਕਿ ਮੇਰੀ ਜਿੰਦ ਵਸ ਰਹੀ ਹੈ। ਯਾਨੀ ਸਾਡੀ ਸੁਰਤ ਰੱਬੀ ਸੋਚ ਦੇ ਅੰਦਰ ਸਦਾ ਲਈ ਸਮਾ ਜਾਂਦੀ ਹੈ ਔਰ ਬੰਦਾ ਰੱਬ ਵਰਗਾ ਹੋ ਕੇ ਇਸ ਸੰਸਾਰ ਵਿੱਚ ਜੀਂਦਾ ਹੈ। ਤੇ ਇਹ ਪੋਸੀਬਿਲਿਟੀ ਜਿਹੜੀ ਹੈ, ਇਹ ਹਰ ਇਨਸਾਨ ਦੇ ਅੰਦਰ ਮੌਜੂਦ ਹੈ। ਇਹ ਤੁਹਾਡੇ ਵਿੱਚ ਵੀ ਹੈ, ਇਹ ਮੇਰੇ ਵਿੱਚ ਵੀ ਹੈ, ਇਹ ਹੋਰਨਾਂ ਦੇ ਵਿੱਚ ਵੀ ਹੈ, ਔਰ ਪੂਰੇ ਜਗਤ ਦੇ ਅੰਦਰ ਹੈ। ਕੋਈ ਵੀ ਇਨਸਾਨ ਐਸੀ ਜ਼ਿੰਦਗੀ ਜੀ ਸਕਦਾ ਹੈ। ਇਹ ਪੋਸੀਬਿਲਿਟੀ ਸਭ ਦੇ ਅੰਦਰ ਹੈ। ਇਸ ਲਈ ਸਾਨੂੰ ਇਸ ਪਾਸੇ ਯਤਨ ਕਰਨਾ ਚਾਹੀਦਾ ਹੈ। ਕਿੰਨੇ ਸੁਖੈਨ ਢੰਗ ਦੇ ਨਾਲ ਗੁਰਬਾਣੀ ਸਾਨੂੰ ਇੱਕ ਐਸੇ ਜੀਵਨ ਦਾ ਰਾਸਤਾ ਦਿੰਦੀ ਹੈ, ਜਿਸ ਰਾਸਤੇ ਨੂੰ ਅਪਣਾ ਕੇ ਇਨਸਾਨ ਦੇ ਅੰਦਰ ਇਨਸਾਨੀਅਤ ਪੈਦਾ ਹੋਵੇ ਔਰ ਇਨਸਾਨ ਦੀ ਸੁਰਤ ਰੱਬੀ ਗੁਣਾਂ ਦੇ ਅੰਦਰ ਸਮਾ ਕੇ ਅਭੇਦਤਾ ਪ੍ਰਾਪਤ ਕਰ ਲਵੇ। ਇਹਦੀ ਜ਼ਿੰਦਗੀ ਚੋਂ ਈਰਖਾ, ਦ્વੈਸ਼, ਵੈਰ, ਵਿਰੋਧ ਅੰਦਰ ਸਾਰੇ ਮੁੱਕ ਜਾਣ ਔਰ ਇਹ ਇਨਸਾਨ ਰੱਬ ਵਰਗਾ ਹੋ ਕੇ ਜੀ ਸਕੇ। ਇਹ ਪੋਸੀਬਿਲਿਟੀ ਸਾਡੇ ਸਾਰਿਆਂ ਵਿੱਚ ਹੈ। ਸਾਨੂੰ ਇਸ ਪਾਸੇ ਯਤਨ ਕਰਨਾ ਚਾਹੀਦਾ ਹੈ। ਇਸ ਲਈ ਗੁਰਬਾਣੀ ਨੂੰ ਇਸ ਐਂਗਲ ਤੋਂ ਅਸਾਂ ਸਮਝਣ ਦਾ ਯਤਨ ਕਰਨਾ ਹੈ। ਗੁਰਬਾਣੀ ਨੂੰ ਪੜ੍ਹ ਕੇ ਗੁਰਬਾਣੀ ਤੇ ਅਮਲ ਕੀਤਿਆਂ ਇਹ ਬਾਤ ਬਣੇਗੀ ਔਰ ਬੜੇ ਸੌਖੇ ਤਰੀਕੇ ਦੇ ਨਾਲ ਬਣੇਗੀ। ਤਾਂ ਅੱਜ ਦੀ ਜੋ ਵਿਚਾਰ ਹੈ ਅਸੀਂ ਇੱਥੇ ਸਮਾਪਤ ਕਰਦੇ ਹਾਂ।